ਸਾਹਿਬ ਜੀਓ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਦੁਨੀ ਚੰਦ ਕੀ ਇਮ ਭੀ ਕਥਾ। ਕਲਗੀ ਧਰ ਕੀ ਸੁਨੀਐ ਜਥਾ। ਦੁਨੀ ਚੰਦ ਕੀ ਇਮ ਭੀ ਕਥਾ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਕਲਯੁਗ ਕੇ ਸਮੇਂ ਕੇ ਅਵਤਾਰ। ਸ਼ਾਹੇ ਸ਼ਹਿਨਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਸੱਜ ਬੈਠ ਕੇ ਸ਼ਹੀਦਾਂ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਨਮਨ ਕਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ। ਸਨਿਮਰ ਗੁਰ ਫਤਿਹ ਪ੍ਰਵਾਨ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਤਿਅੰਤ ਰਹਿਮਤ ਸਦਕਾ ਗੁਰ ਇਤਿਹਾਸ ਲੜੀਵਾਰ ਕਥਾ ਵਿਚਾਰ ਦੇ ਸੁੰਦਰ ਦੀਵਾਨ ਸ਼ਹੀਦਾਂ ਦੇ ਪਾਵਨ ਪਵਿੱਤਰ ਅਸਥਾਨ 'ਤੇ ਸਜੇ ਨੇ। ਆਓ ਬੜੇ ਪ੍ਰੇਮ ਨਾਲ ਮਨੋ ਚਿੱਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰ ਇਤਿਹਾਸ ਨਾਲ ਜੁੜਨ ਦਾ ਯਤਨ ਕਰੀਏ। ਕੱਲ੍ਹ ਦੇ ਦੀਵਾਨ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਭਾਈ ਦੁਨੀ ਚੰਦ ਜੀ ਨੂੰ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਪ੍ਰੇਰਿਆ ਅਤੇ ਭਾਈ ਦੁਨੀ ਚੰਦ ਬੇਮੁਖ ਹੋ ਕਰਕੇ ਹਾਥੀ ਤੋਂ ਡਰਦਾ ਹੋਇਆ ਸਤਿਗੁਰਾਂ ਦੇ ਉੱਪਰੋਂ ਆਪਣਾ ਭਰੋਸਾ ਖਤਮ ਕਰਕੇ ਲੋਹਗੜ੍ਹ ਦੇ ਕਿਲ੍ਹੇ ਦੇ ਪਿਛਲੇ ਪਾਸਿਓਂ ਦੀ ਰੱਸਾ ਲਮਕਾ ਕੇ ਮਾਝੇ ਦੇ ਕੁਝ ਕੁ ਸਿੰਘਾਂ ਨਾਲ ਭੱਜਣ ਦੀ ਕੋਸ਼ਿਸ਼ ਵਿੱਚ ਸੀ ਕਿ ਜਦੋਂ ਹੀ ਉਹ ਰੱਸਾ ਲਮਕਾ ਕੇ ਥੱਲੇ ਉਤਰਿਆ ਤਾਂ ਰੱਸੇ ਤੋਂ ਦੁਨੀ ਚੰਦ ਦਾ ਭਾਰ ਝੱਲਿਆ ਨਾ ਗਿਆ, ਜਿਸ ਕਰਕੇ ਰੱਸਾ ਵਿਚਾਲਿਓਂ ਟੁੱਟਣ ਕਰਕੇ ਦੁਨੀ ਚੰਦ ਧਰਤੀ ਦੇ ਉੱਪਰ ਆਣ ਡਿੱਗਾ। ਇੱਕ ਲੱਤ ਦੇ ਉੱਪਰ ਭਾਰ ਆਉਣ ਕਰਕੇ ਦੁਨੀ ਚੰਦ ਦੀ ਲੱਤ ਟੁੱਟ ਗਈ ਹੈ, ਪਰ ਉਸ ਸਮੇਂ ਕੁਝ ਬੋਲ ਵੀ ਨਾ ਸਕਿਆ ਕਿ ਜੇ ਰੌਲਾ ਪਾਇਆ ਦਰਦ ਨਾਲ ਤਾਂ ਕਿਤੇ ਸਿੰਘ ਆ ਕੇ ਪਕੜ ਨਾ ਲੈਣ। ਉਦੋਂ ਤਾਂ ਖਾਮੋਸ਼ ਰਿਹਾ, ਪਰ ਜਦੋਂ ਇਹਦੇ ਨਾਲ ਦੇ ਸਾਥੀਆਂ ਨੇ ਪਕੜ ਕੇ ਉਠਾ ਕੇ ਚੁੱਕ ਕੇ ਇੱਕ ਮੰਜੇ ਉੱਪਰ ਪਾਇਆ, ਫੱਟੇ ਉੱਪਰ ਪਾਇਆ ਅਤੇ ਅੰਮ੍ਰਿਤਸਰ ਸਾਹਿਬ ਦੇ ਰਸਤੇ ਵੱਲ ਨੂੰ ਤੁਰ ਪਏ। ਸਾਰੇ ਰਾਹ ਹੀ ਹਾਏ ਹਾਏ ਕਰਦਾ ਵਿਲਕਦਾ ਹੋਇਆ ਆਇਆ।
ਤਾਂ ਇੱਦਾਂ ਸਤਿਗੁਰਾਂ ਦੇ ਬਚਨਾਂ ਤੋਂ ਬੇਮੁਖ ਹੋਣ ਦਾ ਅੰਜਾਮ ਉਹ ਤਾਂ ਇਸ ਦੁਨੀ ਚੰਦ ਨੂੰ ਉਦੋਂ ਹੀ ਪ੍ਰਾਪਤ ਹੋ ਗਿਆ ਜੋ ਲੱਤ ਟੁੱਟਣ ਨਾਲ ਇਹਦੇ ਉੱਪਰ ਕਸ਼ਟ ਆਇਆ। ਅਤੇ ਜਿਸ ਵਕਤ ਇਹ ਬੇਮੁਖ ਹੋ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ ਆਪਣੇ ਘਰ ਦੇ ਵਿੱਚ, ਤਾਂ ਇਹਨੇ ਘਰ ਦੇ ਜੀਆਂ ਨੂੰ ਇਹ ਬਹਾਨਾ ਲਾਇਆ ਕਿ ਕੋਈ ਵੀ ਸਾਕ ਸੰਬੰਧੀ ਮੈਨੂੰ ਮਿਲਣ ਵਾਸਤੇ ਨਾ ਆਵੇ, ਮੇਰਾ ਪਤਾ ਲੈਣ ਵਾਸਤੇ ਨਾ ਆਵੇ, ਕਿਉਂਕਿ ਮੇਰੀ ਲੱਤ ਟੁੱਟਣ ਕਰਕੇ ਮੈਂ ਕਿਸੇ ਨਾਲ ਮਿਲ ਨਹੀਂ ਸਕਦਾ, ਮੈਨੂੰ ਇਕਾਂਤ ਜਗ੍ਹਾ ਚਾਹੀਦੀ, ਘਰ ਦੇ ਵਿੱਚ ਛੁਪ ਗਿਆ ਹੈ। ਉਧਰ ਜਦੋਂ ਕਲਗੀਧਰ ਬਾਦਸ਼ਾਹ ਨੂੰ ਅੰਮ੍ਰਿਤ ਵੇਲੇ ਪਤਾ ਲੱਗਿਆ ਕਿ ਦੁਨੀ ਚੰਦ ਤਾਂ ਕਾਤਰ ਬਣ ਕੇ, ਕਾਇਰ ਬਣ ਕੇ ਭਾਈ ਸਾਲੋ ਜੀ ਦੀ ਅੰਸ ਬੰਸ ਨੂੰ ਕਲੰਕ ਲਾ ਕੇ ਭੱਜ ਉੱਠਿਆ, ਤਾਂ ਕਲਗੀਧਰ ਬਾਦਸ਼ਾਹ ਮਹਾਰਾਜ ਨੇ ਉਸ ਵਕਤ ਬਚਨ ਕਰ ਦਿੱਤਾ। ਮਹਾਰਾਜ ਕਹਿਣ ਲੱਗੇ, ਮੌਤ ਤੋਂ ਡਰਦਾ ਮਾਰਾ ਭੱਜਿਆ, ਪਰ ਮੌਤ ਅੱਗੇ ਤੇਰਾ ਇੰਤਜ਼ਾਰ ਕਰਦੀ ਪਈ। ਉਹੋ ਹੀ ਗੱਲ ਹੋਈ, ਸਵੇਰ ਹੋਈ ਹੈ। ਦੁਨੀ ਚੰਦ ਜਿਸ ਵਕਤ ਅੰਮ੍ਰਿਤ ਵੇਲੇ ਮਲ ਕਿਰਿਆ ਕਰਨ ਵਾਸਤੇ ਮੰਜੇ ਤੋਂ ਥੱਲੇ ਆਪਣਾ ਪੈਰ ਲਾਉਣ ਲੱਗਿਆ ਤਾਂ ਥੱਲੜੇ ਪਾਸੇ ਇੱਕ ਸੱਪ ਸੀ। ਉਸ ਸੱਪ ਦੀ ਪੂਛ ਉੱਪਰ ਪੈਰ ਰੱਖਣ ਕਰਕੇ ਸੱਪ ਨੇ ਐਸਾ ਫੁੰਕਾਰਾ ਮਾਰਿਆ, ਡੰਗ ਮਾਰਿਆ ਭਾਈ ਦੁਨੀ ਚੰਦ ਦੇ ਕਿ ਥਾਂ 'ਤੇ ਹੀ ਮਰ ਗਿਆ। ਘਰ ਦੇ ਜੀਆਂ ਨੇ ਬੜੇ ਉਪਚਾਰ ਕੀਤੇ ਪਰ ਬਚ ਨਾ ਸਕਿਆ। ਤਾਂ ਇਸ ਤਰ੍ਹਾਂ ਸਤਿਗੁਰਾਂ ਤੋਂ ਬੇਮੁਖ ਹੋਣ ਦਾ ਫਲ ਦੁਨੀ ਚੰਦ ਨੇ ਛੇਤੀ ਨਾਲ ਹੀ ਪ੍ਰਾਪਤ ਕਰ ਲਿਆ। ਅਤੇ ਉੱਥੋਂ ਦੀਆਂ ਸੰਗਤਾਂ ਤੋਂ ਜੋ ਲਾਹਣਤਾਂ ਖੱਟੀਆਂ, ਜੋ ਸੰਗਤਾਂ ਨੇ ਧਰਕਾਰਾਂ ਪਾਈਆਂ, ਲੋਕ ਪਰਲੋਕ ਵਿਗਾੜ ਲਿਆ, ਉਹ ਵੱਖਰਾ। ਇਸ ਤਰ੍ਹਾਂ ਦੁਨੀ ਚੰਦ ਦੀ ਇਹ ਵਾਰਤਾ ਕੱਲ੍ਹ ਦੇ ਦੀਵਾਨ ਅੰਦਰ ਵਿਸਤਾਰ ਪੂਰਵਕ ਸਰਵਣ ਕੀਤੀ ਸੀ। ਆਓ ਅੱਗੋਂ ਜਿਸ ਤਰੀਕੇ ਨਾਲ ਗੁਰ ਇਤਿਹਾਸ ਦਾ ਸੁੰਦਰ ਪ੍ਰਸੰਗ ਆ ਰਿਹਾ ਹੈ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੀਆਂ ਬਖਸ਼ਿਸ਼ਾਂ ਭਾਈ ਬਚਿੱਤਰ ਸਿੰਘ ਜੀ ਉੱਪਰ ਕਰਕੇ ਹਾਥੀ ਦੇ ਨਾਲ ਮੁਕਾਬਲਾ ਕਰਨ ਵਾਸਤੇ ਕਿਸ ਤਰੀਕੇ ਨਾਲ ਤਿਆਰ ਕਰਦੇ ਨੇ, ਬੜਾ ਹੀ ਸੁੰਦਰ ਪ੍ਰਸੰਗ ਆ ਰਿਹਾ ਹੈ। ਆਓ ਬੜੇ ਪ੍ਰੇਮ ਨਾਲ ਮਨੋਚਿਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਦੁਨੀ ਚੰਦ ਕੀ ਇਮ ਭੀ ਕਥਾ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਫਰਮਾਉਂਦੇ ਹਨ ਕਿ ਇਸ ਤਰੀਕੇ ਨਾਲ ਭਾਈ ਦੁਨੀ ਚੰਦ ਜੀ ਦੀ ਇਹ ਕਥਾ ਕਿ ਕਿਸ ਤਰ੍ਹਾਂ ਉਹ ਸਤਿਗੁਰਾਂ ਤੇ ਬਚਨਾਂ ਤੋਂ ਭੱਜਿਆ ਅਤੇ ਮੌਤ ਨੇ ਫਿਰ ਵੀ ਉਸ ਦਾ ਪਿੱਛਾ ਨਹੀਂ ਛੱਡਿਆ, ਬੇਮੁਖ ਹੋ ਕੇ ਬੜਾ ਦੁਖੀ ਹੋ ਕੇ ਮਰਿਆ। ਭਾਈ ਇੱਥੋਂ ਇਹ ਵੀ ਸੇਧ ਮਿਲਦੀ ਹੈ ਕਿ ਸਤਿਗੁਰਾਂ ਦੇ ਬਚਨਾਂ ਉੱਪਰ ਸਿੱਖ ਦਾ ਅਟੁੱਟ ਵਿਸ਼ਵਾਸ ਭਰੋਸਾ ਹੋਣਾ ਅਤਿਅੰਤ ਲਾਜ਼ਮੀ ਹੈ। ਤਾਂ ਇਸ ਤਰ੍ਹਾਂ ਭਾਈ ਇਹ ਦੁਨੀ ਚੰਦ ਦੀ ਕਥਾ ਉਹ ਸਾਰੀ ਵਰਣਨ ਕਰਕੇ ਦੱਸ ਦਿੱਤੀ ਹੈ, ਸੁਣਾ ਦਿੱਤੀ ਹੈ। ਹੁਣ ਉਧਰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਕੀ ਕੌਤਕ ਵਰਤਾਉਂਦੇ ਨੇ, ਆਓ ਆਪਣੀਆਂ ਮਨ ਦੀਆਂ ਬਿਰਤੀਆਂ ਨੂੰ ਉਧਰਲੇ ਪਾਸੇ ਕੇਂਦਰਿਤ ਕਰੀਏ, ਸਰਵਣ ਕਰਨਾ ਕਰੀਏ। ਬਹੁਤ ਜ਼ਿਆਦਾ ਬੰਦੂਕਾਂ ਸਵੇਰ ਹੁੰਦਿਆਂ ਸਾਰੀ ਪਹਾੜੀਆਂ ਦੇ ਵੱਲੋਂ ਲੋਹਗੜ੍ਹ ਦੇ ਕਿਲੇ ਵੱਲ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਬਹੁਤ ਜ਼ਿਆਦਾ ਸਿੰਘ ਨਿਸੰਗ ਹੋ ਕਰਕੇ ਮੋਰਚੇ ਦੇ ਵਿੱਚ ਡਟੇ ਹੋਏ ਹਨ। ਉਧਰੋਂ ਸੈਲਿੰਦਰਨ ਪਹਾੜੀਆਂ ਦੀ ਬਹੁਤ ਗਿਣਤੀ ਵਿੱਚ ਫੌਜ, ਸਾਰੇ ਪਹਾੜੀਆਂ ਨੇ ਬਹੁਤ ਜ਼ਿਆਦਾ ਜ਼ੋਰਦਾਰ ਹੱਲਾ ਲੋਹਗੜ੍ਹ ਦੇ ਕਿਲੇ ਵੱਲ ਕਰਨਾ ਸ਼ੁਰੂ ਕੀਤਾ। ਪਹਾੜੀਏ ਮਨ 'ਚ ਵਿਚਾਰਦੇ ਨੇ ਕਿ ਅੱਜ ਅਸੀਂ ਲੋਹਗੜ੍ਹ ਦਾ ਕਿਲਾ ਖਾਲਸੇ ਤੋਂ ਸਿੰਘਾਂ ਤੋਂ ਛੁਡਵਾ ਲਵਾਂਗੇ, ਜਿਸ ਕਰਕੇ ਕਲਗੀਧਰ ਪਾਤਸ਼ਾਹ ਮਹਾਰਾਜ ਕਦੇ ਵਾਸਤੇ ਵੀ ਅਨੰਦਪੁਰ ਸਾਹਿਬ ਦੇ ਵਿੱਚ ਟਿਕਣਗੇ ਨਹੀਂ ਅੱਜ ਤੋਂ ਬਾਅਦ। ਭੀਮ ਚੰਦ ਰਾਜੇ ਦੇ ਹਿਰਦੇ ਵਿੱਚ ਬੜਾ ਉਤਸ਼ਾਹ ਹੈ। ਭੀਮ ਚੰਦ ਰਾਜੇ ਨੇ ਬੜੇ ਉਤਸ਼ਾਹ ਨਾਲ ਰਾਜੇ ਕੇਸਰੀ ਚੰਦ ਨੂੰ ਬੁਲਵਾਉਣਾ ਕੀਤਾ ਕੋਲ। ਹੋਰ ਜਿਤਨੇ ਰਾਜੇ ਸਨ ਪਹਾੜੀਏ, ਹੰਡੂਰੀਏ ਇਤਿਆਦਿਕ,
ਇਕੱਤਰ ਲੜਨ ਕੇ ਕਾਜੇ। ਸਾਰੇ ਜਾਣੇ ਲੜਨ ਵਾਸਤੇ ਇੱਕ ਜਗ੍ਹਾ ਤੇ ਇਕੱਠੇ ਹੋਏ ਹਨ। ਬੈਠ ਏਕ ਥਲ ਰਾਜ ਮੰਗਵਾਇਓ। ਸਾਰਿਆਂ ਨੇ ਇੱਕ ਜਗ੍ਹਾ ਤੇ ਬੈਠ ਕਰਕੇ, ਗੱਜ ਦਾ ਅਰਥ ਹੈ ਹਾਥੀ, ਹਾਥੀ ਮੰਗਵਾਉਣਾ ਕੀਤਾ। ਜਿਹੜੇ ਹਾਥੀ ਨੂੰ ਤਿਆਰ ਕੀਤਾ ਜਾਣਾ ਹੈ ਲੋਹਗੜ੍ਹ ਦੇ ਕਿਲੇ ਨੂੰ ਤੋੜਨ ਵਾਸਤੇ। ਤਾਂ ਜਿਸ ਵਕਤ ਇਹਨਾਂ ਪਹਾੜੀ ਰਾਜਿਆਂ ਨੇ ਹਾਥੀ ਮੰਗਵਾਇਆ ਤਾਂ ਇੱਕ ਮੁਹਾਵਤ ਹਾਥੀ ਨੂੰ ਲੈ ਕਰਕੇ ਤੁਰਿਆ ਆਉਂਦਾ ਹੈ। ਉਹ ਹਾਥੀ ਬੜਾ ਰਿਸ਼ਟ ਪੁਸ਼ਟ ਮੋਟਾ ਐ ਝੂਲਦਾ ਆਉਂਦਾ ਪਹਾੜੀਆਂ ਦੇ ਵੱਲ। ਬੜਾ ਤਕੜਾ ਪੁਸ਼ਟ ਐਨ ਖੁਰਾਕ ਚੰਗੀ ਹੈ, ਮੋਟਾ ਸਰੀਰ ਹੈ ਹਾਥੀ ਦਾ, ਬੜਾ ਬਲਵਾਨ, ਆਮ ਹਾਥੀਆਂ ਨਾਲੋਂ ਕਿਤੇ ਮੋਟਾ ਹੈ। ਮਸਤਰ ਹੰਤਾ ਤੇ ਨਿਤਾ ਪ੍ਰਤੀ ਐ ਮਸਤ ਹੋਇਆ ਰਹਿੰਦਾ ਹੈ। ਏਦਾਂ ਦਾ ਹਾਥੀ ਹੈ ਜੋ ਕਿਸੇ ਮਨੁੱਖ ਨੂੰ ਆਪਦੇ ਕੋਲ ਖਲੋਤਾ ਵੇਖ ਲੈਂਦਾ ਸੀ, ਤਤਛਿਣ ਨਾਲ ਛੇਤੀ ਨਾਲ ਉਹਦੇ ਤੇ ਹਮਲਾ ਕਰਕੇ ਮਾਰ ਦਿੰਦਾ ਸੀ। ਤਾਂ ਇਸ ਤਰ੍ਹਾਂ ਬੜੇ ਤਕੜੇ ਤਕੜੇ ਤੋਮਰ ਬਰਛੇ ਜਿਨ੍ਹਾਂ ਸਿਪਾਹੀਆਂ ਦੇ ਹੱਥਾਂ ਵਿੱਚ ਰਹਿੰਦੇ ਸਨ, ਉਸ ਹਾਥੀ ਨੂੰ ਇੱਕ ਮੁਹਾਵਤ ਨਹੀਂ, ਬੜੇ ਬਰਛਿਆਂ ਵਾਲੇ ਸਿਪਾਹੀ ਉਹਦੇ ਆਲੇ ਦੁਆਲੇ ਰਹਿੰਦੇ ਸਨ ਵੀ ਕਿਸੇ ਤੇ ਹਮਲਾ ਨਾ ਕਰ ਦੇਵੇ। ਬਰਛਿਆਂ ਦੇ ਨਾਲ ਉਸ ਹਾਥੀ ਨੂੰ ਪ੍ਰੇਰਦੇ ਸਨ, ਰਸਤੇ ਉੱਪਰ ਤੋਰਦੇ ਸਨ। ਉਸ ਹਾਥੀ ਦੇ ਪੈਰਾਂ ਵਿੱਚ ਮੋਟੇ ਮੋਟੇ ਸੰਗਲ ਪਾਏ ਹੋਏ ਹਨ। ਬਹੁਤ ਜ਼ਿਆਦਾ ਮਨੁੱਖ ਉਹਦੇ ਅੱਗੇ ਲੱਗ ਕੇ ਉਹਨੂੰ ਚਲਾਉਂਦੇ ਪਏ ਹਨ ਹਾਥੀ ਨੂੰ। ਇੱਧਰੋਂ ਪਹਾੜੀਆਂ ਨੇ ਉਸ ਮਸਤ ਹਾਥੀ ਨੂੰ ਬੜੇ ਗਰਮ ਮਸਾਲੇ ਦਿੱਤੇ ਨੇ ਲੋਹਗੜ੍ਹ ਦੇ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ। ਜਿਨ੍ਹਾਂ ਗਰਮ ਮਸਾਲਿਆਂ ਦੇ ਖਾਣ ਕਰਕੇ ਹਾਥੀ ਅੱਗੇ ਨਾਲੋਂ ਵੀ ਜ਼ਿਆਦਾ ਮਸਤ ਹੋ ਗਿਆ ਹੈ। ਉਸ ਹਾਥੀ ਦੀਆਂ ਅੱਖਾਂ ਲਾਲ ਨੇ, ਵੱਡੀਆਂ ਵੱਡੀਆਂ ਅੱਖਾਂ ਨਾਲ ਸਾਰਿਆਂ ਨੂੰ ਵੇਂਹਦਾ ਹੈ। ਤੇ ਜਿਹੜੇ ਬਰਛਿਆਂ ਵਾਲੇ ਸਿਪਾਹੀ ਨੇ ਉਹ ਹਾਥੀ ਨੂੰ ਇੱਧਰ ਉੱਧਰ ਜਾਣ ਤੋਂ ਵਰਜਦੇ ਨੇ, ਪਹਾੜੀਆਂ ਦੇ ਵੱਲ ਲੈ ਕੇ ਤੁਰੇ ਆਉਂਦੇ ਹਨ। ਜਦੋਂ ਇਸ ਤਰ੍ਹਾਂ ਦਾ ਹਾਥੀ ਸਾਰੇ ਪਹਾੜੀ ਰਾਜਿਆਂ ਨੇ ਵੇਖਣਾ ਕੀਤਾ, ਸਾਰੀ ਰਾਤ ਉਸ ਹਾਥੀ ਦੀਆਂ ਬੜੀਆਂ ਤਿਆਰੀਆਂ ਕਰਵਾਈਆਂ, ਚੰਗੀਆਂ ਖੁਰਾਕਾਂ ਖਵਾਉਣਾ ਕੀਤੀਆਂ। ਸਾਰ ਦਾ ਅਰਥ ਹੈ ਤੇਜ, ਬੜੀ ਤੇਜ ਸ਼ਰਾਬ ਉਸ ਹਾਥੀ ਨੂੰ ਪਿਆਉਣਾ ਕੀਤੀ ਹੈ। ਕਿੰਨੀ ਸ਼ਰਾਬ ਪਿਆਈ ਹੈ? ਕਹਿੰਦੇ 1.25 ਮਣ ਸ਼ਰਾਬ ਉਸ ਹਾਥੀ ਨੂੰ ਸਾਰੀ ਰਾਤ ਪਹਾੜੀਆਂ ਨੇ ਪਿਲਾ ਦੇਣਾ ਕੀਤੀ ਹੈ ਵੀ ਇਹਨੂੰ ਦਿਸੇ ਹੀ ਕੁਝ ਨਾ, ਅੰਨਾ ਹੀ ਹੋ ਜਾਵੇ ਤੇ ਸਿੱਧੀ ਜਾ ਕੇ ਟੱਕਰ ਮਾਰੇ ਲੋਹਗੜ੍ਹ ਦੇ ਕਿਲੇ ਦੇ ਦਰਵਾਜ਼ੇ ਵਿੱਚ। ਤਦੋਂ ਇਸ ਦੇ ਨਾਲ ਨਾਲ ਪੁਲਾਦੀ ਦਾ ਅਰਥ ਹੈ ਲੋਹੇ ਦੀ ਕਿਸਮ ਇੱਕ, ਜੋ ਫੁਲਾਦੀ ਲੋਹਾ ਹੈ, ਉਸ ਫੁਲਾਦੀ ਲੋਹੇ ਦੇ ਨਾਲ ਹਾਥੀ ਦਾ ਸਾਰਾ ਸਰੀਰ ਚੰਗੇ ਤਰੀਕੇ ਦੇ ਨਾਲ ਹਾਥੀ ਦਾ ਸਾਰਾ ਸਰੀਰ ਕਵਰ ਕਰ ਦਿੱਤਾ ਗਿਆ ਲੋਹਿਆਂ ਦੇ ਨਾਲ। ਕੁਝ ਕੀ ਸੁੰਡ ਉਸ ਹਾਥੀ ਦੀ ਨੰਗੀ ਰੱਖਣਾ ਕੀਤੀ ਹੈ, ਬਾਕੀ ਸਾਰਾ ਸਰੀਰ ਹੀ ਸਰਬ ਲੋਹੇ ਦੇ ਨਾਲ ਹਾਥੀ ਦਾ ਢੱਕ ਦੇਣਾ ਕੀਤਾ ਹੈ। ਬੜੀ ਲੰਬੀ ਇੱਕ ਸੈਫ ਤਲਵਾਰ ਮੰਗਾਉਣਾ ਕੀਤੀ ਹੈ। ਜਿਸ ਤਲਵਾਰ ਨੂੰ, ਜਿਸ ਸੈਫ ਨੂੰ ਦੋਨਾਂ ਪਾਸਿਆਂ ਤੋਂ ਤਿੱਖੀਆਂ ਧਾਰਾਂ ਨੇ, ਐਸੀ ਤਿੱਖੀ ਤਲਵਾਰ ਜਿਹਦੀਆਂ ਦੋਨੋਂ ਪਾਸੇ ਦੀਆਂ ਧਾਰਾਂ ਐਨ ਤਿੱਖੀਆਂ ਨੇ, ਉਸ ਮਸਤ ਹਾਥੀ ਦੀ ਸੁੰਡ ਨਾਲ ਬੰਨ ਦੇਣਾ ਕੀਤੀਆਂ ਹਨ। ਇਸ ਤਰੀਕੇ ਨਾਲ ਉਹ ਤਲਵਾਰ ਹਾਥੀ ਦੀ ਸੁੰਡ ਨਾਲ ਬੰਨਣਾ ਕੀਤੀ ਹੈ, ਜਿਸ ਤਰ੍ਹਾਂ ਉਹ ਖੁੱਲ੍ਹ ਨਾ ਸਕੇ, ਐਨ ਪੱਕੇ ਤਰੀਕੇ ਨਾਲ ਬੰਨਣਾ ਕੀਤਾ ਹੈ। ਜਿਸ ਤਰ੍ਹਾਂ ਉਸ ਹਾਥੀ ਨੂੰ ਕੋਈ ਗੋਲੀ ਭੰਨ ਵੀ ਨਾ ਸਕੇ, ਤੋੜ ਨਾ ਸਕੇ, ਕੋਈ ਗੋਲੀ ਵੀ ਹਾਥੀ ਨੂੰ ਆ ਕਰਕੇ ਨਾ ਲੱਗੇ।
ਇਸ ਤਰੀਕੇ ਨਾਲ ਕਹਿੰਦੇ ਉਹਨਾਂ ਪਹਾੜੀਆਂ ਨੇ ਉਸ ਹਾਥੀ ਦਾ ਸਾਰਾ ਸਰੀਰ ਲੋਹੇ ਦੇ ਨਾਲ ਮੜ ਦਿੱਤਾ ਹੈ ਵੀ ਜੇ ਬੰਦੂਕ ਵਿੱਚੋਂ ਗੋਲੀ ਵੀ ਚੱਲੇ ਤੇ ਹਾਥੀ ਨੂੰ ਆ ਕੇ ਲੱਗ ਨਾ ਸਕੇ। ਨੇਜਾ ਖੜਗ ਕਟੇ ਤਿਸ ਕਹਾ, ਉਸ ਹਾਥੀ ਨੂੰ ਨੇਜਾ ਤੇ ਬਰਛਾ ਕਿੱਥੋਂ ਕੱਟ ਸਕਦਾ ਸੀ। ਇਸ ਪ੍ਰਕਾਰ ਗਾਡੋ ਕਰ ਮਹਾ, ਇਸ ਤਰੀਕੇ ਨਾਲ ਬੜਾ ਗਾਢੋ ਪੱਕਾ ਕਰ ਦਿੱਤਾ ਗਿਆ ਹਾਥੀ ਨੂੰ। ਸੌਦਾ ਪ੍ਰੇਰਿਤ ਸੈਫ ਸੁਫੇਰਤ, ਇਸ ਤਰੀਕੇ ਨਾਲ ਜਿਹੜਾ ਮੁਹਾਵਤ ਹੈ ਉਹ ਹਾਥੀ ਨੂੰ ਪ੍ਰੇਰਦਾ ਪਿਆ ਹੈ। ਬ੍ਰਿੰਦ ਸਲਿੰਦਰ ਆਨੰਦਤ ਹੇਰਤ, ਤੇ ਸਾਰੇ ਪਹਾੜੀਏ ਬੜੇ ਆਨੰਦ ਨਾਲ ਉਸ ਮਸਤ ਹਾਥੀ ਨੂੰ ਝੂਲਦਿਆਂ ਆਉਂਦਿਆਂ ਵੇਖ ਕੇ ਬੜੇ ਆਨੰਦ ਹੁੰਦੇ ਆ, ਪ੍ਰਸੰਨ ਹੁੰਦੇ ਨੇ। ਓੰਕਾਰਤ ਦਿਗਰਾਨਤ ਭਇਓ, ਹਾਥੀ ਜਿਹੜਾ ਹੈ ਇਹ ਆਪਦੀ ਸੁੰਡ ਨਾਲ ਧਰਤੀ ਤੇ ਫੁੰਕਾਰਾਂ ਮਾਰਦਾ ਤੁਰਿਆ ਆਉਂਦਾ, ਮਿੱਟੀ ਨੂੰ ਡਾਉਂਦਾ, ਧੂੜ ਨੂੰ ਡਾਉਂਦਾ ਤੁਰਿਆ ਆਉਂਦਾ ਹੈ। ਸਤਿਗੁਰ ਬੈਠੇ ਤੈਂ ਲਗ ਸੁਨਿਓ, ਜਿੱਥੇ ਕਲਗੀਧਰ ਬਾਦਸ਼ਾਹ ਮਹਾਰਾਜ ਬੈਠੇ ਸੀ ਨਾ, ਇਸ ਹਾਥੀ ਦੀਆਂ ਚਿੰਗਾੜਾਂ ਉੱਥੋਂ ਤੱਕ ਮਹਾਰਾਜ ਦੇ ਕੰਨਾਂ ਵਿੱਚ ਸੁਣੀਆਂ ਹਨ। ਸਭ ਸਿੰਘ ਨ ਤਬ ਅਰਜ ਗੁਜਾਰੀ, ਸਾਰੇ ਸਿੰਘਾਂ ਨੇ ਇਸ ਹਾਥੀ ਦੀਆਂ ਚਿੰਗਾੜਾਂ ਸੁਣ ਕੇ ਕਲਗੀਧਰ ਬਾਦਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ। ਰੱਬ ਜੀ ਕੁੰਚਰ ਕੇਰ ਚਿੰਗਾਰੀ, ਇਹ ਕਲਗੀਧਰ ਬਾਦਸ਼ਾਹ ਮਹਾਰਾਜ ਇਸ ਹਾਥੀ ਦੀਆਂ ਜੋ ਚਿੰਗਿਆੜਾਂ ਹਨ ਮਤ ਬਾਰਣੀ ਤੇ ਸੋ ਲਹੀਅਤ, ਮਹਾਰਾਜ ਇੱਥੋਂ ਤੱਕ ਸੁਣਦੀਆਂ ਪਈਆਂ ਨੇ ਤੇ ਹਾਥੀ ਦੀਆਂ ਚਿੰਗਿਆੜਾਂ ਤੋਂ ਇੰਜ ਪ੍ਰਤੀਤ ਹੁੰਦਾ ਪਿਆ ਜਿਵੇਂ ਬਹੁਤ ਜ਼ਿਆਦਾ ਸ਼ਰਾਬ ਪਿਆਈ ਹੋਵੇ। ਇਸ ਉਪਾਏ ਕਰਬੋ ਅਤ ਚਹੀਅਤ, ਮਹਾਰਾਜ ਐਸੇ ਖੂੰਖਾਰ ਹਾਥੀ ਦਾ ਕੋਈ ਨਾ ਕੋਈ ਉਪਚਾਰ ਯਤਨ ਕਰਨਾ ਬਣਦਾ ਹੈ। ਆਜ ਲੋਹਗੜ ਲੋਹਾ ਮਾਚੈ, ਮਹਾਰਾਜ ਇੰਜ ਪ੍ਰਤੀਤ ਹੁੰਦਾ ਹੈ ਕਿ ਅੱਜ ਲੋਹਗੜ੍ਹ ਦੇ ਕਿਲੇ ਵਿੱਚ ਲੋਹੇ ਦੇ ਨਾਲ ਲੋਹਾ ਖੜਕੇਗਾ। ਨਰਦਮ ਸ਼੍ਰੋਣਤ ਰਜਸੋ ਰਾਚੈ, ਮਹਾਰਾਜ ਇੰਜ ਜਾਪਦਾ ਹੈ ਹਾਥੀ ਦੇ ਆਉਣ ਨਾਲ ਲੋਹਗੜ੍ਹ ਦੇ ਕਿਲੇ ਦੇ ਆਲੇ ਦੁਆਲੇ ਦੀ ਧਰਤੀ ਲਹੂ ਅਤੇ ਧੂੜ ਦੇ ਨਾਲ ਮਿਲ ਕੇ ਚਿੱਕੜ ਦਾ ਰੂਪ ਧਾਰਨ ਕਰ ਲਵੇਗੀ। ਆਇਓ ਜੋਰ ਸਪਣ ਤੈ ਜਾਈ, ਮਹਾਰਾਜ ਕਿਉਂਕਿ ਸਾਰੇ ਪਹਾੜੀਆਂ ਨੇ ਆਨੰਦਪੁਰ ਦੇ ਆਲੇ ਦੁਆਲੇ ਦਾ ਘੇਰਾ ਛੱਡ ਕੇ, ਲੋਹਗੜ੍ਹ ਦੇ ਕਿਲੇ ਦਾ ਆਲਾ ਦੁਆਲਾ ਛੱਡ ਕੇ ਸਾਰੇ ਪਹਾੜੀਆਂ ਨੇ ਉਧਰਲੇ ਪਾਸੇ ਜ਼ੋਰ ਪਾਉਣਾ ਹੈ, ਜਿੱਧਰਲੇ ਪਾਸਿਓਂ ਹਾਥੀ ਆਵੇਗਾ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ। ਤੇ ਗਏ ਹਟਕ ਸਮੁਦਾਈ, ਮਹਾਰਾਜ ਇਧਰਲੇ ਪਾਸਿਓਂ ਸਾਰੇ ਪਹਾੜੀਆਂ ਨੇ ਆਪੋ ਆਪਣੇ ਮੋਰਚੇ ਚੱਕ ਲੈਣਾ ਕੀਤੇ ਹਨ। ਫੜ ਛੂਟੈ ਤਫੰਗਨ ਕਨੇਰੀ, ਮਹਾਰਾਜ ਬਹੁਤ ਜ਼ਿਆਦਾ ਬੰਦੂਕਾਂ ਦੀਆਂ ਗੋਲੀਆਂ ਤੜਾ ਭੜਦੀ ਆਵਾਜ਼ ਕਰਦੀਆਂ ਛੁੱਟਦੀਆਂ ਪਈਆਂ ਹਨ। ਮੋਰਚੇ ਨਿਕਟ ਬਡੇਰੀ, ਮਹਾਰਾਜ ਲੋਹਗੜ੍ਹ ਦੇ ਕਿਲੇ ਦੇ ਆਲੇ ਦੁਆਲੇ ਬੜੀ ਆਵਾਜ਼ ਪੈਦਾ ਹੁੰਦੀ ਪਈ ਹੈ ਗੋਲੀਆਂ ਦੀ। ਮਾਰਨ ਮਰਨ ਹੋਏ ਸੰਗਰਾਮਾ, ਮਹਾਰਾਜ ਇੰਜ ਜਾਪਦਾ ਜਿਹੜਾ ਅੱਜ ਦਾ ਸੰਗਰਾਮ ਹੈ ਨਾ, ਯੁੱਧ ਹੋਣਾ ਹੈ, ਇਹ ਮਾਰਨ ਮਰਨ ਵਾਲਾ ਹੀ ਹੋਵੇਗਾ। ਭਾਵ ਗੱਲ ਆਰ ਜਾਂ ਪਾਰ ਦੀ ਹੋਵੇਗੀ ਅੱਜ ਦੇ ਜੰਗ ਵਿੱਚ। ਆਜ ਸ਼ਤਰਗਨ ਪੱਠ ਜਮ ਧਾਮਾ, ਮਹਾਰਾਜ ਅੱਜ ਸਮੂਹ ਸ਼ਤਰੂ ਜਮ ਦੇ ਘਰ ਅਸੀਂ ਭੇਜ ਦੇਣੇ ਹਨ, ਤੁਹਾਡਾ ਬਲ ਪਾ ਕੇ ਥਾਪੜਾ ਪਾ ਕੇ। ਦੋਹਰਾ ਸੁਨ ਸਿੰਘਨ ਤੇ ਸਤਿਗੁਰੂ ਸਭ ਦਿਸ਼ ਦ੍ਰਿਸ਼ਟ ਚਲਾਏ। ਇਸ ਤਰ੍ਹਾਂ ਜਦੋਂ ਕਲਗੀਧਰ ਬਾਦਸ਼ਾਹ ਮਹਾਰਾਜ ਨੇ ਸਿੰਘਾਂ ਦੇ ਪਾਸੋਂ ਬੋਲ ਸੁਣੇ ਆ ਤਾਂ ਕਲਗੀਧਰ ਬਾਦਸ਼ਾਹ ਮਹਾਰਾਜ ਨੇ ਸਾਰਿਆਂ ਦੀਆਂ ਦਿਸ਼ਾ ਵੱਲ ਨਿਗਾਹ ਮਾਰ ਕੇ ਵੇਖਿਆ। ਕਰੇ ਬਿਲੋਕਣ ਬ੍ਰਿੰਦ ਹੀ ਚੌਂ ਦਿਸ਼ ਮੈਂ ਤਿਸ ਥਾਏ, ਜਿੰਨੇ ਸਿੰਘ ਆਲੇ ਦੁਆਲੇ ਖਲੋਤੇ ਸਨ ਮਹਾਰਾਜ ਦੇ ਚਾਰੇ ਪਾਸੇ, ਸਤਿਗੁਰਾਂ ਨੇ ਸਾਰਿਆਂ ਵੱਲ ਤੱਕਣਾ ਕੀਤਾ। ਨਿਸ ਪਾਲਕ ਛੰਦ ਸ੍ਰੀ ਗੁਰੂ ਪ੍ਰਿਅੰਕ ਨਿਸ ਕੇ ਵਿੱਚ ਸਦੀਵਹੀ, ਕਲਗੀਧਰ ਬਾਦਸ਼ਾਹ ਮਹਾਰਾਜ ਜਦੋਂ ਪਲੰਘੇ ਦੇ ਉੱਪਰ ਆਰਾਮ ਕਰਿਆ ਕਰਦੇ ਸਨ ਨਾ ਰਾਤ ਦੇ ਸਮੇਂ, ਹੋਵੇ ਸੁਚੇਤ ਰਖਵਾਰ ਥਿਤ ਥੀਵਹੀ, ਤਾਂ ਇਹ ਨਿਯਮ ਹੁੰਦਾ ਸੀ ਕਿ ਜਦੋਂ ਵੀ ਕਲਗੀਧਰ ਬਾਦਸ਼ਾਹ ਰਾਤ ਦੇ ਸਮੇਂ ਜੰਗਾਂ ਯੁੱਧਾਂ ਦੇ ਸਮੇਂ ਪਲੰਘੇ ਦੇ ਉੱਪਰ ਆਰਾਮ ਕਰਿਆ ਕਰਦੇ ਸਨ ਨਾ, ਤਾਂ ਕੁਝ ਸਿੰਘ ਉਸ ਪਲੰਘੇ ਦੇ ਆਲੇ ਦੁਆਲੇ ਪਹਿਰਾ ਦਿਆ ਕਰਦੇ ਸਨ। ਗਿਣਤੀ ਤਿੰਨੋਂ ਜਾਨੀਏ, ਤੇ ਭਾਈ ਸੰਤੋਖ ਸਿੰਘ ਫਰਮਾਉਂਦੇ ਐ ਜਿਹੜੇ ਸਿੰਘ ਪਹਿਰਾ ਦਿੰਦੇ ਸੀ ਨਾ, ਜਿਨ੍ਹਾਂ ਦੀ ਪੱਕੀ ਡਿਊਟੀ ਸੀ, ਉਹ 25 ਸਿੰਘ ਸਨ। 25 ਸਿੰਘ ਜੰਗਾਂ ਯੁੱਧਾਂ ਦੇ ਸਮੇਂ ਰਾਤ ਦੇ ਵਕਤ
ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਪਲੰਘੇ ਤੇ ਆਰਾਮ ਕਰਦੇ ਸਨ ਤਾਂ 25 ਸਿੰਘ ਪਹਿਰਾ ਦਿਆ ਕਰਦੇ ਸੀ ਆਲੇ ਦੁਆਲੇ। ਜਾਗਤ ਰਹੰਤ ਕੈ ਆਜ ਦਸੋ ਪਾਨੀਏ, ਤਾਂ ਉਹ ਜਾਗਦੇ ਰਹਿੰਦੇ ਸਨ ਪਹਿਰੇਦਾਰ ਹੱਥਾਂ ਵਿੱਚ ਸ਼ਸਤਰ ਧਾਰਨ ਕਰਕੇ। ਪਾਸੈ ਰਹੰਤ ਸਭ ਖਾਸ ਖਰਖਾਏ ਕੈ, ਇਸ ਤਰ੍ਹਾਂ ਉਹ ਜਿਹੜੇ ਸਿੰਘ ਸੀ ਨਾ ਉਹ ਖਾਸ ਸਿੰਘ ਸੀ, ਬੜੇ ਚੋਣਵੇਂ ਸਿੰਘ ਜਿਨ੍ਹਾਂ ਦੇ ਸਰੀਰਾਂ ਵਿੱਚ ਬਲ ਬੜਾ ਸੀ, ਫੁਰਤੀ ਬੜੀ ਸੀ। ਐਸੇ ਚੋਣਵੇਂ 25 ਸਿੰਘ ਉੱਥੇ ਆਲੇ ਦੁਆਲੇ ਪਹਿਰਾ ਦਿਆ ਕਰਦੇ ਸਨ। ਜਾਮਨ ਬਜ਼ਾਰ ਕਰ ਸੇਵ ਸੁਖ ਪਾਏ ਕੈ, ਜਿਹੜੇ 25 ਸਿੰਘ ਜਾਮਨ ਰਾਤ ਦੇ ਸਮੇਂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਸੇਵਾ ਕਰਦੇ ਸਨ ਪਹਿਰਾ ਦੇ ਕਰਕੇ। ਦੇਖ ਨ ਕਰੇ ਸੋ ਪ੍ਰਭ ਏਕ ਸਮ ਵੀਰ ਹੈ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਹਨਾਂ 25 ਸਿੰਘਾਂ ਦੇ ਵੱਲ ਜਿਹੜੇ ਪਹਿਰਾ ਦਿਆ ਕਰਦੇ ਸਨ, ਉਹਨਾਂ 25 ਸਿੰਘਾਂ ਦੇ ਵੱਲ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ। ਕੀ ਵੇਖਿਆ? ਸਾਰੇ ਹੀ ਸਿੰਘ ਇੱਕ ਸਮਾਨ ਹਨ। ਜੰਗੈ ਨਿਸੰਗ ਭਟ ਭੰਗ ਹਿਤ ਧੀਰ ਹੈ, ਐਸੇ ਉਹ ਸੂਰਮੇ ਹੈ ਜਿਹੜੇ ਜੰਗ ਦੇ ਵਿੱਚ ਨਿਸੰਗ ਹੋ ਕੇ ਬੇਖੌਫ ਹੋ ਕਰਕੇ ਲੜਦੇ ਹੈ, ਤੇ ਜਿਨ੍ਹਾਂ ਦੇ ਸਰੀਰਾਂ ਦੇ ਵਿੱਚ ਬੜਾ ਬਲ ਹੈ ਤੇ ਜਿਨ੍ਹਾਂ ਦੇ ਹਿਰਦਿਆਂ ਵਿੱਚ ਬੜਾ ਧੀਰਜ ਹੈ, ਹੌਸਲਾ ਹੈ। ਰਾਜ ਛੰਦ ਤਿਨੋ ਮਜਾਰ ਏਕ ਹੈ, ਬਚਿੱਤਰ ਸਿੰਘ ਸੂਰਮਾ। ਹੁਣ ਉਹਨਾਂ 25 ਸਿੰਘਾਂ ਦੇ ਵਿੱਚੋਂ ਇੱਕ ਸਿੰਘ ਦੀ ਮਹਾਰਾਜ ਨੇ ਚੋਣ ਕਰਨੀ ਹੈ ਜਿਹੜੇ ਪਹਿਰਾ ਦਿੰਦੇ ਸਨ। ਉਹਨਾਂ 25 ਸਿੰਘਾਂ ਦੇ ਵਿੱਚੋਂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਅੰਮ੍ਰਿਤਮਈ ਦ੍ਰਿਸ਼ਟੀ ਕਿਹੜੇ ਸਿੰਘ ਉੱਪਰ ਜਾ ਕੇ ਟਿਕੀ ਹੈ? ਰਾਜਪੂਤ ਜਾਤੀ ਵਿੱਚੋਂ ਹੈ, ਜਿਹਦਾ ਨਾਮ ਹੈ ਭਾਈ ਬਚਿੱਤਰ ਸਿੰਘ। ਬੜਾ ਸੂਰਮਾ ਸੀ ਉਹ, ਬਲੀ ਬਿਲੰਦ ਬਾਹੂ ਦੰਡ ਛਤਰ ਤੇ ਗਰੂਰਮਾ। ਜਿਹੜਾ ਬੜਾ ਬਲੀ ਹੈ, ਬੜਾ ਬਿਲੰਦ ਹੈ, ਜਿਹਦੀਆਂ ਬਾਹਾਂ ਦੇ ਵਿੱਚ ਬੜਾ ਬਲ ਹੈ, ਡੰਡੇ ਦੇ ਸਮਾਨ ਐਨ ਸਿੱਧੀਆਂ ਨੇ, ਸ਼ਤਰੂ ਤੇ ਗਰੂਰਮਾ, ਤੇ ਦੁਸ਼ਮਣ ਨੂੰ ਮਾਰਨ ਵਿੱਚ ਉਹ ਬੜਾ ਗਰੂਰ ਰੱਖਦਾ ਸੀ, ਬੜਾ ਆਪਣੀ ਵਿਦਿਆ ਤੇ ਅਭਿਮਾਨ ਹੈ। ਸੋ ਰਾਜਪੂਤ ਜਾਤ ਤੇ ਪੁਛੈਲ ਸ਼ਹਿਰ ਜਾਨੀਏ, ਰਾਜਪੂਤ ਜਾਤੀ ਵਿੱਚੋਂ ਹੈ ਭਾਈ ਬਚਿੱਤਰ ਸਿੰਘ। ਬੜਾ ਸ਼ੈਲ ਜਵਾਨ ਹੈ ਤੇ ਐਨ ਲੰਬੀਆਂ ਦਾੜੇ ਤੇ ਮੁੱਛਾਂ ਵਾਲਾ ਬੜਾ ਪ੍ਰਭਾਵਸ਼ਾਲੀ ਸਿੰਘ ਹੈ। ਕਿਰਪਾਨ ਟਾਲ ਅੰਗ ਸੰਗ ਜੰਗ ਮੈਂ ਮਹਾਨੀਏ, ਉਸ ਭਾਈ ਬਚਿੱਤਰ ਸਿੰਘ ਦੇ ਵੱਲ ਜਦੋਂ ਕਲਗੀਧਰ ਪਾਤਸ਼ਾਹ ਨੇ ਤੱਕਿਆ, ਕੈਸਾ ਸਰੂਪ ਹੈ ਭਾਈ ਬਚਿੱਤਰ ਸਿੰਘ ਦਾ। ਕਹਿੰਦੇ ਜਿਸ ਭਾਈ ਬਚਿੱਤਰ ਸਿੰਘ ਨੇ ਕਿਰਪਾਨ ਆਪਣੇ ਕਮਰ ਕਸੇ ਨਾਲ ਤੇ ਢਾਲ ਆਪਦੀ ਪਿੱਠ ਦੇ ਨਾਲ ਸਦਾ ਹਰ ਵਕਤ ਹੀ ਅੰਗ ਸੰਗ ਨਾਲ ਲਾ ਕੇ ਰੱਖਦਾ। ਦੋਹਰਾ ਕੋਸ਼ਿਸ਼ ਪਟ ਬਹੁ ਰੂਪ ਕੀ ਪਹਿਰਤ ਆਪਣੇ ਅੰਗ, ਜਿਸ ਦਾ ਚਿਹਰਾ ਬੜਾ ਸੁੰਦਰ ਹੈ, ਸਰੀਰ ਬੜਾ ਢੀਲ ਡੌਲ ਹੈ, ਸਾਫ ਸੁਥਰਾ ਬਣ ਕੇ ਰਹਿੰਦਾ ਹੈ, ਸਰੀਰ ਉੱਪਰ ਬਸਤਰ ਬੜੇ ਸੁੰਦਰ ਧਾਰਨ ਕਰਕੇ ਰੱਖਦਾ ਹੈ। ਬਿਕ ਪ੍ਰਭ ਕਹਿ ਬਹਿ ਰੂਪੀਆ ਭਇਓ ਸੋ ਸੰਗਿਆ ਸੰਗ, ਤੇ ਕਲਗੀਧਰ ਪਾਤਸ਼ਾਹ ਭਾਈ ਬਚਿੱਤਰ ਸਿੰਘ ਦੀ ਸਜਾਵਟ ਵੇਖ ਕੇ ਨਾ ਸਰੀਰ ਦੀ, ਜਦੋਂ ਮਹਾਰਾਜ ਦੀ ਸੇਵਾ ਕਰਦਾ ਸੀ ਭਾਈ ਬਚਿੱਤਰ ਸਿੰਘ ਜੀ, ਤੇ ਉਹਨਾਂ ਨੂੰ ਬਹੁ ਰੂਪੀਆ ਕਿਹਾ ਕਰਦੇ ਸਨ ਮਹਾਰਾਜ ਪ੍ਰੇਮ ਨਾਲ, ਕਿਉਂਕਿ ਰੰਗ ਬਰੰਗੇ ਬਸਤਰ ਬੜੇ ਸ਼ੌਂਕ ਦੇ ਨਾਲ ਪਾ ਕੇ ਰੱਖਦੇ ਸੀ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬੜੇ ਰਾਜ ਦੁਲਾਰੇ ਸਨ, ਬੜਾ ਪ੍ਰੇਮ ਕਰਦੇ ਸਨ। ਕਲਗੀਧਰ ਪਾਤਸ਼ਾਹ ਜਾਣਦੇ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਬੜੇ ਕਾਰਜ ਸਵਾਰਨੇ। ਕਲਗੀਧਰ ਪਾਤਸ਼ਾਹ ਪ੍ਰੇਮ ਦੇ ਨਾਲ ਬਹੁ ਰੂਪੀਆ ਕਿਹਾ ਕਰਦੇ ਸਨ ਭਾਈ ਬਚਿੱਤਰ ਸਿੰਘ ਜੀ ਨੂੰ। ਚੰਚਲਾ ਛੰਦ ਸ੍ਰੀ ਗੁਰੂ ਬਲੋਕ ਕੈ ਬਿਲੰਦ ਓ ਜਵਾਨ ਜਾਨ, ਕਲਗੀਧਰ ਪਾਤਸ਼ਾਹ ਮਹਾਰਾਜ ਦੀ ਦ੍ਰਿਸ਼ਟੀ ਉਹਨਾਂ 25 ਸਿੰਘਾਂ ਦੇ ਵਿੱਚੋਂ ਐਸੇ ਨਿਧੜਕ ਭਾਈ ਬਚਿੱਤਰ ਸਿੰਘ ਦੇ ਉੱਪਰ ਜਾ ਟਿਕੀ ਹੈ। ਮਹਾਰਾਜ ਨੇ ਜਾਣਿਆ ਬੜਾ ਉਹ ਜਵਾਨ, ਬੜਾ ਬਲਵਾਨ ਹੈ। ਸਾਮਹਿ ਥਰਿਓ ਸੋ ਵੀਰ ਹੱਥ ਧਰ ਆਇ ਧਾਨ, ਸਾਹਮਣੇ ਖਲੋਤਾ ਹੋਇਆ ਭਾਈ ਬਚਿੱਤਰ ਸਿੰਘ, ਹੱਥ ਦੇ ਵਿੱਚ ਆਯੁਧਾਨ ਸ਼ਸਤਰ ਧਾਰਨ ਕਰਕੇ। ਮਾਨ ਹੈ ਪ੍ਰਭੂ ਸੋ ਬਾਕ ਹੈ ਆਨੰਦ ਧੀਰ ਮਾਹੇ, ਉਹ ਭਾਈ ਬਚਿੱਤਰ ਸਿੰਘ ਮਾਨ ਹੈ ਪ੍ਰਭੂ ਸੋ ਬਾਕ, ਕਲਗੀਧਰ ਪਾਤਸ਼ਾਹ ਦੇ ਬਚਨ ਮੰਨਣ ਵਾਲਾ ਸੀ, ਕਦੇ ਉਹਨੇ ਨਾ ਨਹੀਂ ਸੀ ਕੀਤੀ, ਹਿਰਦੇ ਵਿੱਚ ਸਦਾ ਹੀ ਆਨੰਦ ਬਣਿਆ ਰਹਿੰਦਾ ਸੀ, ਬਾਣੀ ਬਾਣੇ ਦਾ ਧਾਰਨੀ ਹੈ ਤੇ ਬੜਾ ਧੀਰਜ ਧਾਰੀ ਸਿੰਘ ਹੈ। ਬਾਸ ਤੋਂ ਹਜੂਰ ਨੀਤ ਭਾਉ ਦਿਲ ਚੀਤ ਜਾਹੇ, ਉਹ ਕਲਗੀਧਰ ਪਾਤਸ਼ਾਹ ਦੇ ਨਿਤਾ ਵਕਤ ਹੀ ਹਜੂਰ ਰਹਿੰਦਾ ਮਹਾਰਾਜ ਦੇ, ਤੇ ਜਿਹਦੇ ਚਿੱਤ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪ੍ਰਤੀ ਇੰਨਾ ਪ੍ਰੇਮ ਹੈ, ਕਿਤੇ ਮਹਾਰਾਜ ਇੱਕ ਬਚਨ ਕਰ ਦੇਣ
ਬਚਨ ਕਰਨਾ ਵੀ ਦੂਰ ਹੈ। ਇਸ਼ਾਰਾ ਕਰ ਦੇਣ ਤੇ ਆਪਣੀ ਜਾਨ ਤੱਕ ਨਿਸ਼ਾਵਰ ਕਰ ਦੇਣ ਵਾਲਾ ਸੂਰਮਾ ਹੈ। ਲਲਿਤ ਪਦ ਸ਼ਬਦ ਬੇਦਿਆ ਨੇ ਜੇ ਮਾਰਨ ਕੀ, ਮੈਂ ਬੁੱਧਵਾਨ ਵੱਡ ਜਾਣੈ। ਹੁਣ ਹਾਥੀ ਦਾ ਮੁਕਾਬਲਾ ਤੇ ਕਰਨਾ ਹੀ ਕਰਨਾ। ਉਦੋਂ ਪਹਿਲਾਂ ਭਾਈ ਬਚਿੱਤਰ ਸਿੰਘ ਜੀ ਦੀਆਂ ਖੂਬੀਆਂ ਜਾਣ ਲੈਣੀਆਂ ਚਾਹੀਦੀਆਂ ਨੇ। ਭਾਈ ਸੰਤੋਖ ਸਿੰਘ ਖਿਆਲ ਦਿਵਾਉਂਦੇ ਨੇ, ਕਹਿੰਦੇ ਉਹ ਭਾਈ ਬਚਿੱਤਰ ਸਿੰਘ ਨੇਜਾ ਚਲਾਉਣ ਦਾ ਇੰਨਾ ਜ਼ਿਆਦਾ ਮਾਹਰ ਸੀ, ਬੜੀ ਬੁੱਧੀ ਦੇ ਨਾਲ ਉਹ ਨੇਜੇ ਦਾ ਵਾਰ ਕਰਿਆ ਕਰਦਾ ਸੀ। ਚੜ੍ਹ ਤੁਰੰਗ ਕੈ ਪੈਦਲ ਹੈਵ ਕਰ ਅਦਕ ਭਰਮਾਵਨ ਠਾਨੈ। ਭਾਵੇਂ ਭਾਈ ਬਚਿੱਤਰ ਸਿੰਘ ਘੋੜੇ ਤੇ ਅਸਵਾਰ ਹੋਵੇ, ਭਾਵੇਂ ਘੋੜਾ ਉਹਦੇ ਹੇਠਾਂ ਨਹੀਂ, ਪੈਦਲ ਹੀ ਹੋਵੇ, ਧਰਤੀ ਤੇ ਖਲੋਤਾ ਤੇ ਐਸੀਆਂ ਬਾਹਾਂ ਨੂੰ ਘੁਮਾ ਕੇ ਪੈਂਤੜੇ ਦੇ ਵਿੱਚ ਨਿਜ਼ਮ ਦੇ ਵਿੱਚ ਰਹਿ ਕੇ ਆਪਣੇ ਹੱਥਾਂ ਨਾਲ ਬੜੀ ਚੰਚਲਤਾਈ ਨਾਲ ਉਹ ਨੇਜੇ ਨੂੰ ਘੁਮਾਇਆ ਕਰਦਾ ਸੀ। ਨੇਜਾ ਗਏ ਖੜੋ ਜੋ ਸਨਮੁਖ ਸ੍ਰੀ ਪ੍ਰਭ ਨਿਕਟ ਹਕਾਰਾ। ਐਸਾ ਭਾਈ ਬਚਿੱਤਰ ਸਿੰਘ ਨੇਜਾ ਪਕੜ ਕੇ ਲੰਬਾ ਬਰਛਾ ਕਲਗੀਧਰ ਪਾਤਸ਼ਾਹ ਦੇ ਸਨਮੁਖ ਖਲੋਤਾ ਹੋਇਆ ਹੈ। ਆਓ ਬਚਿੱਤਰ ਸਿੰਘ ਬੜ ਜੋਧਾ ਤੋਂ ਸਿਰ ਭਾਰ ਉਦਾਰਾ। ਮਹਾਰਾਜ ਨੇ ਐਸੇ ਭਾਈ ਬਚਿੱਤਰ ਸਿੰਘ ਨੂੰ ਤੱਕ ਕੇ ਬਚਨ ਕੀਤਾ, ਉਹ ਭਾਈ ਬਚਿੱਤਰ ਸਿੰਘਾ ਆ, ਤੇਰੇ ਸਿਰ ਗੁਰੂ ਘਰ ਦਾ ਬੜਾ ਤਕੜਾ ਭਾਰ ਟਿਕਿਆ ਹੋਇਆ ਜਿਹੜਾ ਤੂੰ ਅੱਜ ਦੇ ਦਿਨ ਲਾਉਣਾ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਹੁਣ ਖਿਆਲ ਕਰਿਆ ਜੇ, ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਭਾਈ ਦੁਨੀ ਚੰਦ ਜੀ ਨੂੰ ਪ੍ਰੇਰਿਆ ਸੀ ਨਾ ਹਾਥੀ ਦਾ ਮੁਕਾਬਲਾ ਕਰਨ ਵਾਸਤੇ, ਤਾਂ ਭਾਈ ਦੁਨੀ ਚੰਦ ਨੂੰ ਮਹਾਰਾਜ ਨੇ ਹਾਥੀ ਕਿਹਾ ਸੀਗਾ। ਉਧਰੋਂ ਉਹਨਾਂ ਦਾ ਹਾਥੀ ਤੇ ਇੱਧਰੋਂ ਮਹਾਰਾਜ ਕਹਿੰਦੇ ਸੀ ਸਾਡੇ ਗੁਰੂ ਨਾਨਕ ਦੇ ਦਰ ਘਰ ਦਾ ਹਾਥੀ ਹੈ। ਇੱਥੇ ਹੁਣ ਮਹਾਰਾਜ ਦੇ ਬਚਨ ਧਿਆਨ ਨਾਲ ਗੌਰ ਕਰਨ ਵਾਲੇ ਹੈ। ਅੱਜ ਭਾਈ ਬਚਿੱਤਰ ਸਿੰਘ ਜੀ ਨੂੰ ਤਿਆਰ ਕਰਨ ਲੱਗੇ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਜਾਣਦੇ ਸੀ ਭਾਈ ਬਚਿੱਤਰ ਸਿੰਘ ਵਿੱਚ ਜਿਹੜੇ ਗੁਣ ਆ ਉਹ ਸ਼ੇਰ ਵਾਲੇ ਹੈ, ਤੇ ਸ਼ੇਰ ਕਦੇ ਹਾਥੀਆਂ ਦੀ ਡਾਰ ਵੇਖ ਕੇ ਅੱਗੇ ਲੱਗ ਕੇ ਨਹੀਂ ਸੀ ਭੱਜਦਾ, ਹਾਲਾਂਕਿ ਹਾਥੀ ਭੱਜ ਜਾਂਦਾ ਸੀ ਤੇ ਦੁਨੀ ਚੰਦ ਨੇ ਉਹ ਕਰਕੇ ਵੀ ਵਿਖਾਤੀ। ਦੁਨੀ ਚੰਦ ਵੇਲੇ ਜਿਹੜੇ ਸ਼ਬਦ ਵਰਤੇ ਸਨ ਉਹ ਇਹੋ ਹੀ ਸੀ ਵੀ ਐ ਦੁਨੀ ਚੰਦ ਤੂੰ ਗੁਰੂ ਨਾਨਕ ਦੇ ਦਰ ਘਰ ਦਾ ਹਾਥੀ ਹੈ। ਅੱਜ ਕਲਗੀਧਰ ਪਾਤਸ਼ਾਹ ਮਹਾਰਾਜ ਭਾਈ ਬਚਿੱਤਰ ਸਿੰਘ ਜੀ ਨੂੰ ਤੱਕ ਕੇ ਬਚਨ ਕਰਦੇ ਪਏ ਆ। ਮਹਾਰਾਜ ਕਹਿਣ ਲੱਗੇ ਬਚਿੱਤਰ ਸਿੰਘ ਜੀ, ਉਧਰੋਂ ਪਹਾੜੀਆਂ ਨੇ ਹਾਥੀ ਭੇਜਣਾ ਤੇ ਇਧਰੋਂ ਤੂੰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰ ਘਰ ਦਾ ਕੇਹਰ ਸ਼ਬਦ ਵਰਤਿਆ। ਕੇਹਰ ਕਹਿੰਦੇ ਨੇ ਸ਼ੇਰ ਨੂੰ। ਮਹਾਰਾਜ ਫਰਮਾਉਂਦੇ ਤੂੰ ਗੁਰੂ ਨਾਨਕ ਦੇ ਦਰ ਘਰ ਦਾ ਸ਼ੇਰ ਹੈ। ਹੁਣ ਸਵਾਲ ਪੈਦਾ ਹੁੰਦਾ, ਸ਼ੇਰ ਦੀਆਂ ਦਾੜਾਂ ਹੁੰਦੀਆਂ ਨੇ, ਜਿਨ੍ਹਾਂ ਦਾੜਾਂ ਨੂੰ ਅੱਜ ਵੀ ਤੁਸੀਂ ਨਿਹੰਗ ਸਿੰਘ ਵੇਖੋਗੇ ਆਪਦੇ ਗਲੇ ਦੇ ਵਿੱਚ ਉਹ ਪਾ ਕੇ ਰੱਖਦੇ ਨੇ ਸ਼ਾਸਤਰ। ਉਹਦੇ ਦੰਦਾਂ ਦੇ ਵਿੱਚ ਬੜੇ ਗੁਣ ਨੇ ਸ਼ੇਰ ਦੀਆਂ ਦਾੜਾਂ ਦੇ ਵਿੱਚ। ਆਮ ਤੌਰ 'ਤੇ ਜਾਂ ਤਾਂ ਨਿਹੰਗ ਸਿੰਘ ਆਪਣੀਆਂ ਦਸਤਾਰਾਂ 'ਚ ਸਜਾ ਕੇ ਰੱਖਦੇ ਜਾਂ ਗਲ 'ਚ ਵੀ ਕਈਆਂ ਨੇ ਪਾਇਆ ਹੁੰਦਾ। ਤਾਂ ਹੁਣ ਸਵਾਲ ਪੈਦਾ ਹੁੰਦਾ, ਭਾਈ ਬਚਿੱਤਰ ਸਿੰਘ ਜੇ ਸ਼ੇਰ ਹੈ ਤੇ ਸ਼ੇਰ ਦੀਆਂ ਦਾੜਾਂ ਵੀ ਚਾਹੀਦੀਆਂ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਬਚਿੱਤਰ ਸਿੰਘ ਤੂੰ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਦਾ ਸ਼ੇਰ ਹੈ। ਅਸੀਂ ਆਪਦੇ ਤੋਸ਼ੇ ਖਾਨੇ ਵਿੱਚੋਂ ਖਜ਼ਾਨੇ ਵਿੱਚੋਂ ਤੈਨੂੰ ਇੱਕ ਨੇਜਾ ਦੇਵਾਂਗੇ। ਉਹਨੂੰ ਨੇਜਾ ਨਾ ਸਮਝ ਲਈ, ਇਹ ਸਮਝੀ ਇਹ ਸ਼ੇਰ ਦੀਆਂ ਦਾੜਾਂ ਨੇ ਤੇਰੇ ਕੋਲ, ਐਸਾ ਤੈਨੂੰ ਨੇਜਾ ਬਖਸ਼ਣਾ ਕਰਾਂਗੇ। ਐਸਾ ਤੈਨੂੰ ਇੱਕ ਨੇਜਾ ਬਖਸ਼ਾਂਗੇ। ਜਦੋਂ ਹਾਥੀ ਤੇਰੇ ਲਾਗੇ ਆਇਆ ਤੇ ਇਹ ਜਿਹੜਾ ਨੇਜਾ ਹੈ ਨਾ ਭਾਲਾ ਬਰਛਾ, ਇਹਨੂੰ ਸ਼ੇਰ ਦੀਆਂ ਦਾੜਾਂ ਸਮਾਨ ਉਸ ਹਾਥੀ ਦੇ ਭਾਲ ਮੱਥੇ ਵਿੱਚ ਖਬੋ ਦੇਣਾ ਕਰੀ। ਮਹਾਰਾਜ ਨੇ ਸਾਰਾ ਹਲ ਦੱਸ ਦਿੱਤਾ। ਮਹਾਰਾਜ ਨੇ ਵਾਰ ਕਰਨਾ ਵੀ ਦੱਸਤਾ, ਕਿੱਥੇ ਵਾਰ ਕਰਨਾ। ਮਹਾਰਾਜ ਕਹਿੰਦੇ ਬਚਿੱਤਰ ਸਿੰਘ ਜਦੋਂ ਹਾਥੀ ਲਾਗੇ ਆਇਆ ਉਹਦੇ ਮੱਥੇ ਦੇ ਵਿੱਚ ਬਰਛਾ ਗੱਡ ਦੇਵੀਂ, ਉਸੇ ਵਕਤ ਹੀ ਉਹ ਪਹਾੜੀਆਂ ਦੇ ਵੱਲ ਉਹਨਾਂ ਪੈਰਾਂ ਨਾਲ ਪਿਛਾਂਹ ਮੁੜ ਜਾਵੇਗਾ, ਦੁਬਾਰਾ ਤੇਰੇ ਵੱਲ ਨਹੀਂ ਆਉਂਦਾ। ਕਲਗੀਧਰ ਪਾਤਸ਼ਾਹ ਮਹਾਰਾਜ ਫਰਮਾਉਣ ਲੱਗੇ ਵੀ ਇਸ ਤਰ੍ਹਾਂ ਆਪਦਾ ਬਹੁਤਾ ਬਲ ਕਰਕੇ ਸਾਰਾ ਸ਼ੰਕਾ ਡਰ ਤਿਆਗ ਕੇ ਸਾਡੇ ਬਚਨਾਂ ਤੇ ਭਰੋਸਾ ਰੱਖ ਕੇ ਉਹਦੇ ਮੱਥੇ ਵਿੱਚ ਉਹ ਸ਼ਸਤਰ ਜਿਹੜਾ ਮਾਰ ਦੇਣਾ ਕਰੀ। ਮਹਾਰਾਜ ਸਮਝਾਉਂਦੇ ਕਿਸੇ ਪ੍ਰਕਾਰ ਦਾ ਤਰਾਸ ਡਰ ਨਾ ਕਰੀ। ਪ੍ਰਯਾਸ ਧਰੋ ਅਸ,
ਇਦਾਂ ਦਾ ਪ੍ਰਯਾਸ ਯਤਨ ਕਰਕੇ ਉਸ ਹਾਥੀ ਦੇ ਭਾਲ ਮੱਥੇ ਵਿੱਚ ਤੀਰ ਮਾਰੀ, ਜਿੱਥੇ ਅੱਜ ਦੇ ਬੁੱਧੀਜੀਵੀ ਪਤਾ ਨਹੀਂ ਕਿਹੜੇ ਖਿਆਲ ਨਾਲ ਹਾਥੀ ਦੀ ਅੱਖ ਵਿੱਚ ਹੀ ਨਾਗਣੀ ਖਬੋਈ ਜਾਂਦੇ, ਨਾ ਕੋਈ ਇਤਿਹਾਸ ਪੜ੍ਹਿਆ। ਰਾਤੀ ਸੁੱਤੇ ਪਿਆ ਸੁਪਨਾ ਆ ਜਾਂਦਾ, ਬਰਛੀ ਆਪਦੀ ਅੱਖ 'ਚ ਵੱਜਦੀ ਹੈ ਤੇ ਲਾ ਹਾਥੀ ਦੀ ਅੱਖ 'ਚ ਦਿੰਦੇ। ਪਤਾ ਨਹੀਂ ਕਿਹੜਾ ਇਤਿਹਾਸ ਸੁਪਨਾ ਰਾਤ ਨੂੰ ਸੁੱਤੇ ਪਿਆ ਹੀ ਸੁਪਨੇ 'ਚ ਵੇਖ ਕੇ ਤੇ ਤੜਕੇ ਸਟੇਜ 'ਤੇ ਸੁਣਾ ਦਿੰਦੇ। ਕਿਹੜੇ ਇਤਿਹਾਸ 'ਚ ਲਿਖਿਆ ਵੀ ਬਰਛੀ ਜਿਹੜੀ ਉਹ ਅੱਖ 'ਚ ਮਾਰੀ ਸੀ ਭਾਈ ਬਚਿੱਤਰ ਸਿੰਘ ਜੀ ਨੇ? ਤਾਂ ਇੱਦਾਂ ਹੀ ਆਪਦੇ ਮਨ ਘੜਤ ਇਤਿਹਾਸ ਜੋ ਸੁਪਨਿਆਂ 'ਚ ਤੱਕਦੇ ਹੈ, ਜੋ ਆਪਦੇ ਖਿਆਲਾਂ 'ਚ ਵੇਖਦੇ ਰਹਿੰਦੇ ਆ, ਉਹ ਸੁਣਾ ਦਿੰਦੇ ਹਨ। ਤਾਂ ਇਹ ਵੀ ਸ਼ੰਕਾ ਇੱਥੇ ਨਿਵਰਤ ਕਰਨਾ ਬਣਦਾ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਦਾ ਬਚਨ ਪਾ ਕੇ ਭਾਈ ਬਚਿੱਤਰ ਸਿੰਘ ਜੀ ਨੇ ਉਸ ਹਾਥੀ ਦੇ ਮੱਥੇ ਵਿੱਚ ਉਹ ਬਰਛਾ ਖਬੋਣਾ ਕੀਤਾ ਹੈ। ਸੁਣ ਕਰਕੇ ਸਤਿਗੁਰਾਂ ਦੇ ਬਚਨ ਭਾਈ ਬਚਿੱਤਰ ਸਿੰਘ ਤਦੋਂ ਪ੍ਰਫੁੱਲਿਤ ਐਨ ਖਿੜ ਗਿਆ। ਭਾਈ ਦੁਨੀ ਚੰਦ ਤੇ ਉਦਾਸ ਹੋ ਗਿਆ ਸੀ ਨਾ, ਰੰਗ ਹੀ ਪੀਲਾ ਪੈ ਗਿਆ। ਇੱਧਰੋਂ ਕਲਗੀਧਰ ਪਾਤਸ਼ਾਹ ਦੇ ਬਚਨ ਸੁਣ ਕੇ ਭਾਈ ਬਚਿੱਤਰ ਸਿੰਘ ਦਾ ਚਿਹਰਾ ਐਨ ਲਾਲ ਹੋ ਗਿਆ, ਚਮਕ ਆ ਗਈ ਚਿਹਰੇ ਉੱਪਰ। ਮਹਾਰਾਜ ਕੀ ਆਇਸ ਜੈਸੇ ਤਿਮਹੀ ਕਰੋ ਨਿਕੰਦੇ। ਹੱਥ ਜੋੜ ਕੇ ਬੇਨਤੀ ਕਰਦਾ ਭਾਈ ਬਚਿੱਤਰ ਸਿੰਘ, ਮਹਾਰਾਜ ਜਿਸ ਤਰ੍ਹਾਂ ਆਪ ਜੀ ਦੀ ਆਗਿਆ ਹੈ, ਜੋ ਆਪ ਜੀ ਚਾਹੁੰਦੇ ਹੋ ਉਸੇ ਤਰੀਕੇ ਨਾਲ ਵਰਤੇਗਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀਓ, ਇਸ ਧਰਤੀ ਦੇ ਉੱਪਰ ਇਹ ਹਾਥੀ ਤੇ ਵਿਚਾਰਾ ਚੀਜ਼ ਹੀ ਕੀ ਆ ਜਿਹੜਾ ਤੁਹਾਡੇ ਸਿੰਘ ਅੱਗੇ ਅੜ ਸਕੇ? ਤੇ ਭਾਈ ਬਚਿੱਤਰ ਸਿੰਘ ਕਹਿੰਦਾ, ਮਹਾਰਾਜ ਆਹ ਧਰਤੀ ਦਾ ਹਾਥੀ ਤੇ ਚੀਜ਼ ਹੀ ਕੀ ਹੈ? ਤੁਹਾਡਾ ਬਚਨ ਹੋਵੇ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ, ਇੰਨੀ ਸ਼ਰਧਾ ਵੇ। ਤੇ ਭਾਈ ਬਚਿੱਤਰ ਸਿੰਘ ਕਹਿੰਦਾ, ਮਹਾਰਾਜ ਮੈਂ ਸੁਣਿਆ ਸਵਰਗਪੁਰੀ ਦੇ ਵਿੱਚ ਇੰਦਰ ਦੇਵਤੇ ਕੋਲ ਇੱਕ ਹਾਥੀ ਹੈ ਜਿਹਨੂੰ ਐਰਾਵਤ ਕਿਹਾ ਜਾਂਦਾ ਹੈ, ਜਿਹਦਾ ਜ਼ਿਕਰ ਗੁਰਬਾਣੀ ਵਿੱਚ ਵੀ ਆਉਂਦਾ। ਮਹਾਰਾਜ ਇਹ ਰਾਜੇ ਕੇਸਰੀ ਚੰਦ ਦਾ ਹਾਥੀ ਤੇ ਚੀਜ਼ ਹੀ ਕੀ? ਮੈਂ ਸੁਣਿਆ ਰਾਜੇ ਇੰਦਰ ਕੋਲ ਨਾ ਸਵਰਗਪੁਰੀ ਵਿੱਚ ਇੱਕ ਹਾਥੀ ਹੈ ਜਿਹਨੂੰ ਐਰਾਵਤ ਕਿਹਾ ਜਾਂਦਾ। ਤੁਹਾਡਾ ਬਚਨ ਹੋਵੇ ਤੇ ਮੈਂ ਇੰਦਰ ਦੇਵਤੇ ਦਾ ਹਾਥੀ ਵੀ ਮਾਰ ਦੇਵਾਂਗਾ, ਬਸ ਤੁਹਾਡਾ ਬਚਨ ਤੇ ਤੁਹਾਡਾ ਥਾਪੜਾ ਚਾਹੀਦਾ ਹੈ। ਇੰਨਾ ਭਰੋਸਾ ਹੈ ਭਾਈ ਬਚਿੱਤਰ ਸਿੰਘ ਨੂੰ ਕਲਗੀਧਰ ਪਾਤਸ਼ਾਹ ਉੱਪਰ। ਆਪਨ ਖਜ਼ਾਨੇ ਵਿੱਚ ਤੇ ਸਤਿਗੁਰ ਤਬ ਨੇਜੇ ਮੰਗਵਾਏ। ਭਾਈ ਬਚਿੱਤਰ ਸਿੰਘ ਦੇ ਐਸੇ ਬੋਲ ਸੁਣ ਕੇ ਕਲਗੀਧਰ ਪਾਤਸ਼ਾਹ ਪ੍ਰਸੰਨ ਹੋਏ। ਤਾਂ ਉਸ ਸਮੇਂ ਆਪਦੇ ਸ਼ਸਤਰਾਂ ਵਾਲੇ ਖਜ਼ਾਨੇ ਵਿੱਚੋਂ ਕਲਗੀਧਰ ਪਾਤਸ਼ਾਹ ਨੇ ਨੇਜਾ ਮੰਗਵਾਉਣਾ ਕੀਤਾ। ਇੱਕ ਉਹ ਜਿਹੜੇ ਨੇਜੇ ਸਨ ਨਾ ਕਿਸੇ ਦੂਰ ਵਿਲਾਇਤ ਦੇਸ਼ ਵਿੱਚੋਂ ਤਿਆਰ ਕੀਤੇ ਗਏ ਸਨ, ਬੜੀ ਖਾਸ ਕਿਸਮ ਦੇ ਤੇ ਬੜੀਆਂ ਕੀਮਤਾਂ ਦੇ ਨਾਲ ਉਹ ਤਿਆਰ ਕੀਤੇ ਸਨ। ਬੇਨ ਵਿਕੈਬੋ ਕਲੀਪੂਰ ਕਰ ਉੱਪਰ ਪੈਲ ਪਟਾਏ। ਤੇ ਉਹਨਾਂ ਨੇਜਿਆਂ ਦੇ ਉੱਪਰ ਜਿਹੜੀਆਂ ਲੱਕੜੀਆਂ ਸੀ ਨਾ, ਕਿਉਂਕਿ ਬਾਕੀ ਸਾਰਾ ਨੇਜਾ ਲੱਕੜੀ ਦਾ, ਅਗਲੇ ਪਾਸੇ ਜਿਹੜਾ ਫੜਾ ਲੱਗਾ ਹੁੰਦਾ ਉਹ ਲੋਹੇ ਦਾ, ਤਾਂ ਉਸ ਲੱਕੜੀ ਦੇ ਉੱਪਰ ਐ ਜਾਨਵਰਾਂ ਦੀ ਖਲ ਜਿਹੜੀ ਆ, ਪੱਠੇ ਆਂਦਰਾਂ ਇਤਿਆਦਿਕ, ਉਹ ਲੱਕੜ ਦੇ ਉੱਪਰ ਚੰਗੇ ਤਰੀਕੇ ਨਾਲ ਕੱਸ ਪਾਉਣ ਵਾਸਤੇ ਬੰਨੀਆਂ ਹੋਈਆਂ ਨੇ। ਐਸੇ ਨੇਜੇ ਮਹਾਰਾਜ ਨੇ ਮੰਗਵਾਉਣਾ ਕੀਤੇ ਹਨ। ਬੜੇ ਦੂਰੇ ਤੀਰੇ ਕਰਕੇ ਉਹਨਾਂ ਨੇਜਿਆਂ ਦੇ ਡੰਡਿਆਂ ਦੇ ਉੱਪਰ ਉਹ ਜਾਨਵਰਾਂ ਦੀਆਂ ਖਲਾਂ ਆਂਦਰਾਂ ਲਪੇਟੀਆਂ ਹੋਈਆਂ ਨੇ ਵੀ ਜਿਹੜਾ ਟੁੱਟੇ ਹੀ ਨਾ, ਨੇਜਾ ਵਿਚਾਲਿਓਂ ਟੁੱਟ ਨਾ ਸਕੇ। ਐਸਾ ਬੜਾ ਖਾਸ ਕਿਸਮ ਦਾ ਨੇਜਾ ਤਿਆਰ ਕੀਤਾ ਹੋਇਆ ਹੈ। ਤੇ ਚਾਮੀ ਕਰਦੇ ਨਾਲ ਬੜੇ ਸੁੰਦਰ ਨਗ ਕੀਮਤੀ ਜੜਾਊ ਉਹਨਾਂ ਨੇਜਿਆਂ ਦੇ ਵਿੱਚ ਜੜੇ ਹੋਏ ਹਨ। ਧਨ ਦਸ ਸਪਤ ਸਹੰਸ ਰਹਿ ਲਾਗਿਓ ਬਾਸ਼ਕ ਸਮੁੰਦਰ ਸਾਏ। ਤੇ ਕਿੰਨਾ ਕੁ ਖਰਚ ਆਉਂਦਾ ਸੀ ਇੱਕ ਨੇਜੇ ਤੇ? ਕਹਿੰਦੇ 17,000 ਰੁਪਈਆ ਉਸ ਸਮੇਂ ਦਾ ਕਲਗੀਧਰ ਪਾਤਸ਼ਾਹ ਨੇ ਉਹਨਾਂ ਨੇਜਿਆਂ ਦੇ ਉੱਪਰ ਖਰਚ ਕੀਤਾ ਸੀ। ਤੇ ਉਹ ਨੇਜੇ ਆਮ ਨਹੀਂ ਸਨ, ਬਾਸ਼ਕ ਨਾਮ ਹੈ ਨਾਗ ਦਾ। ਕਾਲੇ ਨਾਗ ਨਹੀਂ ਹੁੰਦੇ, ਕਾਲੇ ਨਾਗ ਲਿਸ਼ਕਦੇ, ਉਹਨਾਂ ਕਾਲੇ ਨਾਗਾਂ ਦੇ ਸਮਾਨ ਉਹ ਨੇਜੇ ਚਮਕਾਂ ਮਾਰਦੇ ਪਏ ਸਨ। ਮਹਾਰਾਜ ਨੇ ਖਜ਼ਾਨੇ ਵਿੱਚੋਂ 2 ਨੇਜੇ ਮੰਗਵਾ ਕੇ ਆਪਦੇ ਦੋਨਾਂ ਹੱਥਾਂ ਵਿੱਚ ਪਕੜੇ ਆ। ਤੇ ਦੋਨਾਂ ਹੱਥਾਂ ਵਿੱਚ ਨੇਜਿਆਂ ਨੂੰ ਪਕੜ ਕੇ ਨਾ ਮਹਾਰਾਜ ਉਹਨਾਂ ਦਾ ਤੋਲ ਵੇਖਦੇ ਪਏ ਆ, ਪਰਖਦੇ ਪਏ ਆ ਵੀ ਕਿਹੜਾ ਨੇਜਾ ਭਾਈ ਬਚਿੱਤਰ ਸਿੰਘ ਨੂੰ ਬਖਸ਼ੀਏ।
ਇਦਾਂ ਹੱਥ ਵਿੱਚ ਪਕੜ ਕੇ ਤੇ ਪਰਖ ਕਰਦੇ ਪਏ ਹਨ। ਕੁੰਚਰ ਕੇ ਮਸਤਕ ਕੋ ਫੋਰਨ, ਇੱਕ ਤਿਨ ਮੈਂ ਤਿਨ ਦੀਨਾ। ਮਹਾਰਾਜ ਨੇ ਉਹਨਾਂ ਦੋਨਾਂ ਨੇਜਾਂ ਵਿੱਚੋਂ ਇੱਕ ਨੇਜਾ ਉਸ ਹਾਥੀ ਦਾ ਮੱਥਾ ਫੋੜਨ ਵਾਸਤੇ ਮਹਾਰਾਜ ਨੇ ਭਾਈ ਬਚਿੱਤਰ ਸਿੰਘ ਨੂੰ ਬਖਸ਼ ਦਿੱਤਾ ਹੈ। ਫਲ ਫੁਲਾਦ ਕੀਮਤ ਬਹੁਤੇ ਕੀ, ਲੋਹਾ ਬੀਦਨ ਵਾਰੋ। ਤੇ ਜਿਹੜਾ ਨੇਜਾ ਜਿਹਦਾ ਫਲਾ ਫੁਲਾਦੀ ਲੋਹੇ ਦੀ ਕਿਸਮ ਦਾ ਬਣਿਆ, ਐਸਾ ਲੋਹਾ ਜਿਹੜਾ ਲੋਹੇ ਨੂੰ ਵੀ ਵਿੰਨਣ ਦੀ ਸਮਰੱਥਾ ਰੱਖਦਾ ਸੀ। ਕੀ ਹੋਇਆ ਉਹਨਾਂ ਪਹਾੜੀਆਂ ਨੇ ਜੇ ਸਾਰਾ ਹਾਥੀ ਲੋਹੇ 'ਚ ਮੜ ਦਿੱਤਾ ਸੀ, ਤੇ ਸਾਡੇ ਵਾਲਿਆਂ ਨੇ ਪਤਾ ਕਿਉਂ ਕਿਹਾ ਵੀ ਬਰਛੀ ਅੱਖ 'ਚ ਤਾਂ ਮਾਰੀ, ਇਹ ਜੀ ਸਾਰਾ ਸਰੀਰ ਲੋਹੇ ਨਾਲ ਮੜਿਆ ਸੀ। ਮਹਾਰਾਜ ਨੇ ਨੇਜਾ ਹੀ ਐਸਾ ਬਖਸ਼ਿਆ ਜਿਹੜਾ ਲੋਹੇ ਨੂੰ ਵੀ ਵਿੰਨ ਕੇ ਪਾਰ ਹੋ ਜਾਵੇ। ਫਿਰ ਕੀ ਆ ਜੇ ਸਾਰਾ ਹਾਥੀ ਲੋਹੇ ਨਾਲ ਮੜਿਆ ਸੀ। ਮਹਾਰਾਜ ਦੀ ਬਖਸ਼ਿਸ਼ ਜੀ ਦੇ ਉੱਪਰ ਹੋ ਜਾਵੇ, ਜਿੱਡੀ ਮਰਜ਼ੀ ਮੋਟੀ ਲੋਹੇ ਦੀ ਪਰਤ ਚੜੀ ਹੋਵੇ, ਤੇ ਕਲਗੀਧਰ ਪਾਤਸ਼ਾਹ ਮਹਾਰਾਜ ਉਹ ਭਾਵੇਂ ਇੱਕ ਕੱਖ ਵੀ ਬਖਸ਼ ਦੇਣ, ਉਹ ਵੀ ਲੋਹੇ ਨੂੰ ਪਾਰ ਕਰ ਜਾਵੂ। ਇਹ ਤੇ ਫਿਰ ਵੀ ਨੇਜਾ ਹੈ। ਐਸਾ ਨੇਜਾ ਕਲਗੀਧਰ ਪਾਤਸ਼ਾਹ ਨੇ ਬਖਸ਼ਣਾ ਕੀਤਾ ਹੈ। ਲੈ ਬਚਿੱਤਰ ਸਿੰਘ ਬੰਧਨ ਕੀਨਸ, ਤਤਸ਼ਨ ਭਾ ਬਲ ਭਾਰੋ। ਇਸ ਤਰੀਕੇ ਦੇ ਨਾਲ ਭਾਈ ਬਚਿੱਤਰ ਸਿੰਘ ਨੇ ਉਹ ਨੇਜਾ ਪਕੜ ਕੇ ਤੇ ਛੇਤੀ ਨਾਲ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ। ਨਮਸਕਾਰ ਕਰਨ ਦੀ ਦੇਰ ਸੀ, ਸਰੀਰ ਵਿੱਚ ਬਲ ਆ ਗਿਆ ਉਸੇ ਸਮੇਂ। ਵਿਦਿਆ ਅਦਕ ਬਹੁਤ ਸਿਖਰਾਈ, ਇਮਗਹਿ ਕਰ ਗਜ ਮਾਰੋ। ਬਹੁਤ ਜ਼ਿਆਦਾ ਵਿਦਿਆ ਭਾਈ ਬਚਿੱਤਰ ਸਿੰਘ ਨੇ ਸਿੱਖੀ ਸੀ, ਤੇ ਉਸ ਸਮੇਂ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਵਿਖਾਉਣ ਵੀ ਲੱਗ ਪਿਆ, ਮਹਾਰਾਜ ਮੈਂ ਏਦਾਂ ਬਰਛਾ ਉਸ ਮਸਤ ਹਾਥੀ ਦੇ ਮੱਥੇ ਵਿੱਚ ਮਾਰਾਂਗਾ। ਸਕਲ ਭੇਦ ਕੋ ਜਾਣਿਓ ਤੂਰਨ, ਗੁਰ ਕਰੁਣਾ ਉਰ ਧਾਰੋ। ਉਸ ਸਮੇਂ ਭਾਈ ਬਚਿੱਤਰ ਸਿੰਘ ਨੇ ਸਾਰਾ ਹੀ ਭੇਦ ਜਾਣ ਲਿਆ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਮੈਂ ਤੇ ਤੋਛਾਂ। ਇਹ ਹੈ ਨਿਮਰਤਾ। ਮਹਾਰਾਜ ਮੈਂ ਤੋਛਾਂ, ਭਾਵੇਂ ਵਿਦਿਆ ਬਹੁਤ ਸਿੱਖੀ ਹੈ, ਪਰ ਮਹਾਰਾਜ ਤੁਹਾਡੀ ਕਰੁਣਾ ਕਿਰਪਾ ਚਾਹੀਦੀ। ਮਹਾਰਾਜ ਮੇਰੇ ਸਿਰ ਉੱਪਰ ਕਿਰਪਾ ਰੱਖਿਓ, ਆਪਣੀ ਮਿਹਰ ਭਰਿਆ ਹੱਥ ਰੱਖਿਓ। ਕਰੀ ਬਚਿੱਤਰ ਸਿੰਘ ਪੁਨ ਬਿਨਤੀ, ਹਾਲ ਜੀਤ ਨਹਿ ਜਾਨੋ। ਭਾਈ ਬਚਿੱਤਰ ਸਿੰਘ ਨਿਮਰਤਾ ਵਿੱਚ ਆ ਕੇ ਬੇਨਤੀ ਕਰਨ ਲੱਗਾ, ਮਹਾਰਾਜ ਮੈਂ ਤੁੱਛ ਜਿਹਾ ਸੇਵਕ ਹਾਂ, ਜੇ ਤੁਸੀਂ ਮਹਾਰਾਜ ਮੈਨੂੰ ਆਹ ਸੇਵਾ ਵਾਸਤੇ ਚੁਣਿਆ ਨਾ, ਮਹਾਰਾਜ ਮੈਂ ਤੁਹਾਡਾ ਬਚਨ ਨਹੀਂ ਮੋੜਾਂਗਾ, ਤੁਹਾਡੇ ਉੱਪਰ ਮੈਨੂੰ ਭਰੋਸਾ ਹੈ। ਪਰ ਮਹਾਰਾਜ ਮੇਰੀ ਬੇਨਤੀ ਹੈ, ਮੈਂ ਮੈਦਾਨੇ ਜੰਗ ਵਿੱਚ ਜਾਵਾਂਗਾ, ਹਾਥੀ ਦਾ ਮੁਕਾਬਲਾ ਜੀ ਜਾਨ ਲਾ ਕੇ ਕਰਾਂਗਾ, ਪਰ ਮਹਾਰਾਜ ਮੈਂ ਨਹੀਂ ਜਾਣਦਾ ਕਿ ਮੈਂ ਮੁਕਾਬਲਾ ਕਰਦਿਆਂ ਕਰਦਿਆਂ ਜਿੱਤ ਜਾਵਾਂਗਾ ਜਾਂ ਹਾਰ ਜਾਵਾਂਗਾ। ਇਸ ਬਾਰੇ ਮੈਨੂੰ ਕੁਝ ਨਹੀਂ ਪਤਾ। ਜਿਤ ਪ੍ਰੇਰੋ ਤਿਤ ਗਮਨੋ ਸਨਮੁਖ, ਬੁੱਧ ਅਰ ਬਲ ਸਭ ਠਾਨੋ। ਮਹਾਰਾਜ ਮੈਂ ਤੇ ਤੁਹਾਡੇ ਹੱਥ ਦੀ ਪੁਤਲੀ ਆ, ਕਾਠ ਪੁਤਲੀ ਆ। ਮਹਾਰਾਜ ਬਜਾਵਨ ਹਾਰੋ ਜਾਣੈ, ਜਿਸ ਤਰ੍ਹਾਂ ਜਿਉ ਜੰਤੀ ਵਸ ਜੰਤ। ਮਹਾਰਾਜ ਜਿੱਦਾਂ ਇੱਕ ਜੰਤ ਸਾਜ਼ ਜਿਹੜਾ ਉਹ ਵਜਾਉਣ ਵਾਲੇ ਦੇ ਹੱਥ 'ਚ ਹੁੰਦਾ, ਜਿੱਦਾਂ ਦੀਆਂ ਸੁਰਾਂ ਤੇ ਹੱਥ ਰੱਖੂਗਾ ਉੱਦਾਂ ਦੀ ਆਵਾਜ਼ ਨਿਕਲਦੀ। ਮਹਾਰਾਜ ਜਿੱਦਾਂ ਜਿੱਦਾਂ ਮੇਰੀਆਂ ਇੰਦਰੀਆਂ ਨੂੰ ਪ੍ਰੇਰੋਗੇ ਮੈਂ ਤੇ ਉੱਦਾਂ ਹੀ ਕਰਨ ਵਾਲਾ। ਮਹਾਰਾਜ ਮੈਂ ਕੁਝ ਨਹੀਂ ਕਰ ਸਕਦਾ, ਪਰ ਬਸ ਤੁਹਾਡੀ ਕਿਰਪਾ ਹੋਵੇ। ਜਿੱਦਾਂ ਦੀ ਬੁੱਧੀ ਬਖਸ਼ੋਗੇ, ਜਿੱਦਾਂ ਦਾ ਬਲ ਬਖਸ਼ੋਗੇ, ਉੱਦਾਂ ਦਾ ਕਰਤੱਵ ਕਰਕੇ ਵਿਖਾ ਦੇਵਾਂਗਾ। ਮੋਹਿ ਮਰਨ ਕੀ ਚਿੰਤਨਾ ਕੋਈ, ਤੁਮੈ ਦਾਸ ਕੀ ਲਾਜਾ। ਮਹਾਰਾਜ ਮੈਨੂੰ ਮਰਨ ਦੀ ਕੋਈ ਚਿੰਤਾ ਨਹੀਂ ਹੈ, ਮੇਰੇ ਮਨ ਅੰਦਰ ਕੋਈ ਭੈ ਨਹੀਂ ਹੈ। ਬਸ ਮਹਾਰਾਜ ਤੁਸੀਂ ਆਪ ਆਪਣੇ ਸੇਵਕ ਦੀ ਲਾਜ ਰੱਖ ਲਿਓ। ਕਰੋ ਹੋ ਨਮਿਸ ਮੇਰੋ ਇੱਕ ਹੈ, ਆਪ ਕਰੋ ਨਿਜ ਕਾਜਾ। ਮਹਾਰਾਜ ਮੈਂ ਹਾਥੀ ਦਾ ਮੁਕਾਬਲਾ ਕਰਾਂਗਾ, ਲੋਕਾਂ ਦੀ ਨਿਗਾਹ ਵਿੱਚ ਖਲੋਤਾ ਮੈਂ ਹੋਵਾਂਗਾ, ਪਰ ਮੇਰੇ ਵਿੱਚ ਵਰਤਣ ਵਾਲੇ ਕਲਗੀਧਰ ਪਾਤਸ਼ਾਹ ਜੀ ਉਹ ਤੁਸੀਂ ਹੋਵੋਗੇ। ਮਿਸ ਦਾ ਅਰਥ ਹੁੰਦਾ ਬਹਾਨਾ। ਮਹਾਰਾਜ ਮੇਰੇ ਸਰੀਰ ਦਾ ਤੇ ਬਹਾਨਾ ਹੀ ਹੈ ਬਸ, ਪਰ ਇਸ ਸਰੀਰ ਵਿੱਚ ਮੈਨੂੰ ਪਤਾ ਮੈਂ ਨਹੀਂ, ਕਲਗੀਧਰ ਪਾਤਸ਼ਾਹ ਜੀ ਉਹ ਤੁਸੀਂ ਵਰਤਣਾ। ਮੇਰੇ ਵਿੱਚੋਂ ਦੀ ਮੁਕਾਬਲਾ ਉਸ ਹਾਥੀ ਨਾਲ ਤੁਸੀਂ ਆਪ ਹੀ ਕਰਨਾ, ਮੇਰੇ ਸਰੀਰ ਦਾ ਤੇ ਬਹਾਨਾ ਹੀ ਹੈ ਇੱਕ। ਦਾਸ ਉਚਿਤ ਆਇਸ ਕੋ ਮੰਨਨ, ਤੁਮ ਪੂਰਨ ਨਿਰਬਾਹੋ। ਮਹਾਰਾਜ ਮੈਂ ਤੇ ਤੁਹਾਡਾ ਤੁੱਛ ਜਿਹਾ ਦਾਸ ਸੇਵਕ ਹੈ, ਤੇ ਦਾਸ ਸੇਵਕ ਦਾ ਕੰਮ ਹੁੰਦਾ ਆਪਣੇ ਮਾਲਕ ਦੀ ਆਗਿਆ ਮੰਨਣੀ, ਹੁਕਮ ਮੰਨਣਾ। ਜਗ ਮੈਂ ਸੋਚਸ ਪ੍ਰਲੋਕ ਮਹਾ ਸੁਖ, ਮਨ ਜਾਣਿਓ ਇਸ ਮਾਹੋ। ਮਹਾਰਾਜ ਮੈਂ ਇਸ ਕਾਰਜ ਵਿੱਚ ਜਾਣਿਆ ਤੁਸੀਂ ਆਪਣੇ ਦਾਸ ਦਾ ਲੋਕ ਅਤੇ ਪਰਲੋਕ ਸਵਾਰਨਾ ਚਾਹੁੰਦੇ ਹੋ। ਜਿਮ ਸ਼੍ਰੀ ਕ੍ਰਿਸ਼ਨ ਭੀਮ ਕੋ ਬਲ ਦੇ, ਜਰਾ ਸੰਤ ਮਰਵਾਇਓ। ਮਹਾਰਾਜ ਜਿਸ ਤਰੀਕੇ ਦੇ ਨਾਲ ਜਰਾ ਸਿੰਧ ਜਿਹੜਾ ਰਾਖਸ਼ ਹੋਇਆ,
ਉਸ ਜਰਾਸਿੰਧ ਨੂੰ ਭਗਵਾਨ ਕ੍ਰਿਸ਼ਨ ਨੇ ਭੀਮ ਦੇ ਹੱਥੋਂ ਮਰਾਉਣਾ ਕੀਤਾ ਸੀ। ਜਦੋਂ ਜਰਾਸਿੰਧ ਮਥਲਾਪੁਰੀ ਦੇ ਉੱਪਰ ਚੜ੍ਹ ਕੇ ਆਇਆ ਸੀ ਨਾ ਤੇ ਭੀਮ ਯੁੱਧ ਕਰਨ ਲੱਗ ਪਿਆ ਜਰਾਸਿੰਧ ਦੇ ਨਾਲ। ਬੜਾ ਚਿਰ ਯੁੱਧ ਹੁੰਦਾ ਰਿਹਾ। ਜਰਾਸਿੰਧ ਵੀ ਬੜਾ ਤਕੜਾ ਰਾਜਾ ਸੀ, ਬੜਾ ਬਾਹੂਬਲੀ ਸੀ। ਤਾਂ ਫਿਰ ਭਗਵਾਨ ਕ੍ਰਿਸ਼ਨ ਦੂਰ ਖਲੋਤਾ ਵੇਂਦਾ ਪਿਆ ਸੀ। ਇਹਨੇ ਇਸ਼ਾਰੇ ਨਾਲ ਨਾ ਭੀਮ ਚੰਦ ਰਾਜੇ ਨੂੰ ਸਮਝਾਇਆ ਸੀ, ਵਾਹਿਗੁਰੂ ਭੀਮ ਨੂੰ ਸਮਝਾਇਆ ਸੀ ਵੀ ਆਹ ਕੱਖ ਐ ਵਿਚਾਲਿਓਂ ਪਾੜ ਕੇ ਵਿਖਾਇਆ ਸੀ ਭੀਮ ਨੂੰ ਵੀ ਜੇ ਜਰਾਸਿੰਧ ਨੂੰ ਮਾਰਨਾ ਤੇ ਇਹਦੇ ਸਰੀਰ 'ਚ ਜੋੜ ਲੱਗਾ ਹੋਇਆ, ਇਹਨੂੰ ਵਿਚਾਲਿਓਂ ਫੜ ਕੇ ਪਾੜ ਦੇ। ਇੱਦਾਂ ਤਿਣਕੇ ਦੇ ਇਸ਼ਾਰੇ ਨਾਲ ਭਗਵਾਨ ਕ੍ਰਿਸ਼ਨ ਨੇ ਭੀਮ ਨੂੰ ਸਮਝਾਇਆ ਸੀ ਤੇ ਭੀਮ ਨੇ ਫਿਰ ਜਰਾਸਿੰਧ ਨੂੰ ਵਿਚਾਲਿਓਂ ਲੱਤਾਂ ਤੋਂ ਫੜ ਕੇ ਜਰਾਸਿੰਧ ਨੂੰ ਪਾੜ ਕੇ ਤੇ ਦੋ ਹਿੱਸੇ ਕਰਤਾ ਸੀ। ਜਿਹੜਾ ਜੋੜ ਸੀ ਨਾ, ਸੰਧ ਦਾ ਅਰਥ ਜੋੜ, ਜਰਾਸੰਧ ਦਾ ਉਹ ਜੋੜ ਖੋਲ ਦਿੱਤਾ ਸੀ, ਜਿਸ ਕਰਕੇ ਮੌਤ ਹੋਈ ਸੀ। ਜਿਸ ਤਰ੍ਹਾਂ ਮਹਾਰਾਜ ਭਗਵਾਨ ਕ੍ਰਿਸ਼ਨ ਨੇ ਭੀਮ ਦੇ ਕੋਲੋਂ ਜਰਾਸੰਧ ਨੂੰ ਮਰਾਉਣਾ ਕੀਤਾ ਸੀ। ਰਾਮਚੰਦਰ ਸੁਗਰੀਵ ਓਜਦੇ ਬਾਲੀ ਕੋ ਹਤਵਾਇਓ। ਮਹਾਰਾਜ ਜਿਸ ਤਰੀਕੇ ਨਾਲ ਤ੍ਰੇਤੇ ਯੁੱਗ ਵਿੱਚ ਭਗਵਾਨ ਰਾਮਚੰਦਰ ਜੀ ਨੇ ਜਿਹੜਾ ਸੁਗਰੀਵ ਸੀ ਉਹਨੂੰ ਬਲ ਬਖਸ਼ ਕੇ ਤੇ ਬਾਲੀ ਨੂੰ ਮਰਾਉਣਾ ਕੀਤਾ ਸੀ। ਤਥਾ ਕਿਰਪਾ ਕਰ ਮੁਝ ਤੇ ਕਾਰਜ ਆਪ ਬਨਾਵਨ ਚਾਹੋ। ਮਹਾਰਾਜ ਉਸੇ ਤਰੀਕੇ ਨਾਲ ਆਪ ਦਾਸ ਦੇ ਪਾਸੋਂ ਮਹਾਰਾਜ ਇਹ ਵਡਿਆਈਆਂ ਮੈਨੂੰ ਬਖਸ਼ ਰਹੇ ਹੋ। ਕਰ ਤੇ ਆਪ ਸਾਰਾ ਕੁਝ ਹੀ ਸਕਦੇ ਹੋ, ਪਰ ਜਿਹੜਾ ਪਰਮੇਸ਼ਰ ਹੁੰਦਾ ਨਾ ਉਹਦਾ ਸੁਭਾਅ ਹੁੰਦਾ ਹੈ, ਉਹ ਆਪ ਵਡਿਆਈਆਂ ਦਾ ਭੁੱਖਾ ਨਹੀਂ ਹੁੰਦਾ। ਉਹ ਆਪਣੇ ਭਗਤਾਂ ਨੂੰ, ਨਾਮ ਜਪਣ ਵਾਲਿਆਂ ਨੂੰ ਵਡਿਆਈ ਬਖਸ਼ਦਾ। ਗੁਰੂ ਦਾ ਇਹੋ ਹੀ ਸੁਭਾਅ ਹੈ। ਗੁਰੂ ਕਲਗੀਧਰ ਪਾਤਸ਼ਾਹ ਕੀ ਨਹੀਂ ਕਰ ਸਕਦੇ, ਪਰ ਮਹਾਰਾਜ ਆਪਣੇ ਸੇਵਕਾਂ ਨੂੰ, ਸਿੰਘਾਂ ਨੂੰ ਵਡਿਆਈ ਬਖਸ਼ਣਾ ਚਾਹੁੰਦੇ ਹਨ। ਦੀਜੈ ਮਾਦਕ ਰਹੋ ਮਤ ਮੋਹਿ ਮਤ ਆਪ ਦੁਰਦ ਕੋ ਗਾਹੋ। ਮਹਾਰਾਜ ਬਸ ਮੇਰੇ ਤੇ ਕਿਰਪਾ ਕਰੋ, ਮੈਨੂੰ ਇਹ ਸਿਦਕ ਬਖਸ਼ੋ ਕਿ ਮੈਂ ਕਦੇ ਡੋਲਾ ਨਾ, ਐਸੀ ਬੁੱਧੀ ਤੇ ਬਲ ਮੈਨੂੰ ਬਖਸ਼ਣਾ ਕਰੋ। ਐਸੀਆਂ ਬੇਨਤੀਆਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਭਾਈ ਬਚਿੱਤਰ ਸਿੰਘ ਜੀ ਨੇ ਕੀਤੀਆਂ। ਬਸ ਹੁਣ ਤੇ ਕਲਗੀਧਰ ਪਾਤਸ਼ਾਹ ਨੇ ਥਾਪੜਾ ਦੇਣਾ ਤੇ ਭਾਈ ਬਚਿੱਤਰ ਸਿੰਘ ਜੀ ਨੇ ਉਸ ਮਸਤ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਤੁਰ ਜਾਣਾ ਹੈ। ਇਹ ਪ੍ਰਸੰਗ ਕੱਲ੍ਹ ਦੇ ਦੀਵਾਨ ਅੰਦਰ ਸਰਵਣ ਕਰਾਂਗੇ। ਇੱਥੋਂ ਤੱਕ ਦੀ ਜੋ ਵਾਰਤਾਲਾਪ ਸੀ, ਕਿਵੇਂ ਭਾਈ ਬਚਿੱਤਰ ਸਿੰਘ ਨੂੰ 25 ਸਿੰਘਾਂ ਦੇ ਵਿੱਚੋਂ ਚੁਣਿਆ, ਕੀ ਬਖਸ਼ਿਸ਼ਾਂ ਕੀਤੀਆਂ, ਉਹ ਅੱਜ ਦੇ ਪ੍ਰਸੰਗ ਵਿੱਚ ਸਰਵਣ ਕੀਤਾ। ਜਿਹੜਾ ਹਾਥੀ ਦਾ ਮੁਕਾਬਲਾ ਹੋਵੇਗਾ ਭਾਈ ਬਚਿੱਤਰ ਸਿੰਘ ਜੀ ਦਾ, ਉਹ ਆਪਾਂ ਕੱਲ੍ਹ ਦੇ ਦੀਵਾਨ ਅੰਦਰ ਸਰਵਣ ਕਰਾਂਗੇ। ਇੱਥੇ ਹੀ ਪ੍ਰਸੰਗ ਅਤੇ ਸਮੇਂ ਦੀ ਸਮਾਪਤੀ ਹੈ। ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਕਲਗੀਧਰ ਪਾਤਸ਼ਾਹ ਆਪ ਗੁਰੂ ਰੂਪ ਸੰਗਤ ਬਖਸ਼ਣੇ ਜੋਗੋ ਬਖਸ਼ ਲੈਣਾ ਜੀ। ਅੱਗੇ ਵਾਸਤੇ ਸਮਤ ਬਖਸ਼ਿਓ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਤਥਾ ਕਿਰਪਾ ਕਰ ਮੁਝ ਤੇ ਕਾਰਜ ਆਪ ਬਨਾਵਨ ਚਾਹੋ। ਦੀਜੈ ਮਾਦਕ ਰਹੋ ਮਤ ਮੋਹਿ ਮਤ ਆਪ ਦੁਰਦ ਕੋ ਗਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।